ਇਨਾਂ ਦੇ ਅਵਲੜੇ ਨੇ ਇਹ ਬੱਦਲ ਖਾਰੇ ਨੇ ਧਰਤੀ 'ਚ ਸ਼ਬਦ ਬੀਜਦੇ ਇਹ ਅੰਬਰਾਂ ਦੇ ਸਿਰਨਾਵੇਂ ਨੇ ਅੰਬਰਾਂ ਦੇ ਸਿਰਨਾਵੇਂ 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 ਅੰਬਰਾਂ ਦੇ ਦੋਸਤੋ, ਸਾਡੇ ਦਰਸ਼ਕੋ, ਮੈਨੂੰ ਇਹ ਦੱਸਦਿਆਂ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮਨਦੀਪ ਕੌਰ ਸਿੱਧੂ ਦੇ ਪੇਜ ਤੇ ਅਸੀਂ ਅੰਬਰਾਂ ਦੇ ਸਿਰਨਾਵੇਂ ਕਾਲਮ ਹੇਠ ਇੱਕ ਸਾਹਿਤਕ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਵੱਖ-ਵੱਖ ਸਾਹਿਤਕਾਰਾਂ ਨਾਲ, ਕਲਾਕਾਰਾਂ ਨਾਲ ਮੁਲਾਕਾਤਾਂ ਹੋਇਆ ਕਰਨਗੀਆਂ, ਜਿਨ੍ਹਾਂ ਨੇ ਆਪਣੇ ਆਪਣੇ ਖੇਤਰ ਵਿੱਚ ਬਹੁਤ ਮੁੱਲਵਾਨ ਕੰਮ ਕੀਤੇ ਹੋਣਗੇ, ਵੱਡਾ ਯੋਗਦਾਨ ਦਿੱਤਾ ਹੋਵੇਗਾ। ਅੱਜ ਸਾਡੇ ਸਟੂਡੀਓ 'ਚ ਹਾਜ਼ਰ ਨੇ ਡਾਕਟਰ ਮਨਮੋਹਨ। ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ। ਬੜੇ ਚਿੰਤਨਸ਼ੀਲ ਵਿਅਕਤੀ, ਸਾਹਿਤਕਾਰ, ਨਾਵਲਕਾਰ, ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਆ ਚੁੱਕੀਆਂ ਨੇ। ਮੈਂ ਜਿਹੜਾ ਪਹਿਲਾ ਸਵਾਲ ਤੁਹਾਨੂੰ ਇਹ ਕਰ ਰਿਹਾ ਕਿ ਜਿਹੜਾ ਤੁਹਾਨੂੰ ਕਦੋਂ ਇਹ ਮਹਿਸੂਸ ਹੋਇਆ ਸੀਗਾ ਕਿ ਤੁਹਾਡੇ ਅੰਦਰ ਜਿਹੜਾ ਸ਼ਬਦਾਂ ਦਾ ਸੰਚਾਰ ਹੋ ਰਿਹਾ? ਆਪਾਂ ਗੱਲ ਇੱਥੋਂ ਸ਼ੁਰੂ ਕਰਦੇ, ਫਿਰ ਤੁਹਾਡੀਆਂ ਬਹੁਤ ਸਾਰੀਆਂ ਤੁਹਾਡੇ ਜਿਹੜੇ ਰਚਨਾਤਮਕ ਤੁਹਾਡੀ ਪ੍ਰਸਥਿਤੀਆਂ ਉਹਨਾਂ ਬਾਰੇ ਗੱਲਬਾਤ ਕਰਾਂਗੇ। ਹਰ ਬੰਦੇ ਦੇ ਅੰਦਰ ਕਈ ਫੈਕਲਟੀਜ਼ ਪਈਆਂ, ਕੋਈ ਐਸਾ ਐਪਰੋਪ੍ਰੀਏਟ ਟਾਈਮ ਆਉਂਦਾ ਹੈ ਜਿਹਦੇ ਨਾਲ ਪਾਰਟਿਕੂਲਰ ਕੋਈ ਫੈਕਲਟੀ ਜਿਹੜੀ ਹੈ ਉਹ ਪੂਰੀ ਤਰ੍ਹਾਂ ਜਿੱਦਾਂ ਫੁੱਲ ਖਿਲਦਾ ਹੈ ਉਦਾਂ ਖਿਲ। ਹਰ ਬੰਦੇ ਦੇ ਅੰਦਰ ਇੱਕ ਸੰਗੀਤਕਾਰ ਪਿਆ ਹੁੰਦਾ ਹੈ, ਇੱਕ ਚਿੱਤਰਕਾਰ ਪਿਆ ਹੁੰਦਾ ਹੈ, ਇੱਕ ਲੇਖਕ ਕਵੀ ਪਿਆ ਹੁੰਦਾ ਹੈ, ਇੱਕ ਗਾਇਕ ਪਿਆ ਹੁੰਦਾ ਹੈ। ਮੈਨੂੰ ਵੀ ਇੰਝ ਲੱਗਦਾ ਸੀਗਾ ਕਿ ਮੇਰੇ ਅੰਦਰ ਕਾਫੀ ਫੈਕਲਟੀਜ਼ ਹੈ। ਔਰ ਸਾਡੇ ਘਰ ਦਾ ਮਾਹੌਲ ਵੀ ਲਿਟਰੇਚਰ ਦਾ ਸੀਗਾ। ਘਰ 'ਚ ਕਿਤਾਬਾਂ, ਹਿਸਟਰੀ ਦੀਆਂ, ਸਿੱਖ ਧਰਮ ਨਾਲ ਸੰਬੰਧਿਤ ਕਿਤਾਬਾਂ, ਪੰਜਾਬੀ ਦੀਆਂ ਬਹੁਤ ਸਾਰੀਆਂ ਕਿਤਾਬਾਂ ਮੇਰੇ ਮਾਤਾ ਜੀ ਪੜ੍ਹਾਉਂਦੇ, ਇਸ ਕਰਕੇ ਘਰ 'ਚ ਕਿਤਾਬਾਂ ਦਾ ਇੱਕ ਪੂਰਾ ਮਾਹੌਲ ਸੀ। ਪੜ੍ਹਦੇ ਰਹਿਣਾ ਸ਼ੌਕ ਸੀਗਾ। ਫਿਰ ਕਈ ਵਾਰ ਪੇਪਰ ਵੀ ਹੁੰਦੇ ਸੀ, ਜੋ 7ਵੀਂ 8ਵੀਂ 10ਵੀਂ ਦੇ ਵਿੱਚ ਤੁਸੀਂ ਚੋਰੀ ਪੜ੍ਹਦੇ ਹੁੰਦੇ ਸੀਗੇ। ਫਿਰ ਮੈਂ ਅੰਮ੍ਰਿਤਸਰ ਦੇ ਵਿੱਚ ਡਾਕਟਰ ਆਤਮਜੀਤ ਹੋਣਾ ਦਾ ਕਲਾ ਕੇਂਦਰ ਸੀਗਾ, ਉੱਥੇ ਵੀ ਮੈਂ 2-3 ਵਾਰੀ ਗਿਆ ਔਰ ਮੈਂ 1-2 ਡਰਾਮਿਆਂ 'ਚ ਪਾਰਟਿਸਿਪੇਟ ਵੀ ਕੀਤਾ। ਬਟ ਫਿਰ ਮੈਨੂੰ ਲੱਗਾ ਕਿ ਨਹੀਂ, ਮੇਰੇ ਅੰਦਰ ਜਿਹੜੀ ਰਾਈਟਿੰਗ ਦੀ ਜਿਹੜੀ ਫੈਕਲਟੀ ਹੈ, ਲਿਖਣ ਦੀ ਫੈਕਲਟੀ ਹੈ, ਉਹ ਜ਼ਿਆਦਾ ਪ੍ਰੋਮੀਨੈਂਟ ਰੂਪ ਵਿੱਚ ਉੱਭਰ ਸਕਦੀ ਹੈ। ਫਿਰ ਬਾਕੀ ਫੈਕਲਟੀਆਂ ਡੋਰਮੈਂਟ ਹੋ ਜਾਂਦੀਆਂ। ਜਿਹੜੀ ਤੁਹਾਡੀ ਲਿਟਰੇਚਰ ਦੀ ਫੈਕਲਟੀ ਹੈ ਉਹ ਫਿਰ ਉੱਭਰਵੇਂ ਰੂਪ ਵਿੱਚ ਸਾਹਮਣੇ ਆਈ। ਫਿਰ ਹੌਲੀ-ਹੌਲੀ ਫਿਰ ਇਹ ਡਿਸਾਈਡ ਕੀਤਾ। ਉਸ ਜ਼ਮਾਨੇ ਦੇ ਵਿੱਚ ਹਰ ਮਾਂ-ਬਾਪ ਦੀ ਇੱਛਾ ਹੁੰਦੀ ਸੀ ਕਿ ਡਾਕਟਰ ਜਾਂ ਇੰਜੀਨੀਅਰ ਬਣਨਾ। ਅੱਜ ਤੋਂ 30-40 ਸਾਲ ਪਹਿਲਾਂ ਦਾ ਜਿਹੜਾ ਮਾਹੌਲ, 40 ਸਾਲ ਪਹਿਲਾਂ ਦਾ। ਮਗਰ ਇਹ ਸੀਗਾ ਕਿ ਨਹੀਂ, ਮੈਂ ਲਿਟਰੇਚਰ ਦੇ ਵਿੱਚ ਹੀ ਜਾਣਾ ਹੈ। ਔਰ ਫਿਰ ਮੈਂ BA ਆਨਰਸ ਕੀਤੀ ਖਾਲਸਾ ਕਾਲਜ ਤੋਂ, ਉੱਥੋਂ ਦਾ ਟੌਪਰ ਸੀਗਾ। ਫਿਰ ਮੈਂ ਯੂਨੀਵਰਸਿਟੀ ਚਲਾ ਗਿਆ, ਉੱਥੇ MA। ਫਿਰ ਇੱਕ ਦੌਰ ਚੱਲ ਗਿਆ ਔਰ ਮਨ 'ਚ ਸੀਗਾ ਕਿ ਮੈਂ ਪੜ੍ਹਾਉਂਦਾ। ਫਿਰ ਮੈਂ ਗਵਰਨਮੈਂਟ ਆਫ ਇੰਡੀਆ ਦੇ ਵਿੱਚ ਐਜ਼ ਇੰਡੀਅਨ ਪੁਲਿਸ ਸਰਵਿਸ ਮੈਂ ਜੁਆਇਨ ਕਰ। ਮੇਰੇ ਮਨ 'ਚ ਇਹ ਸੀਗਾ ਕਿ ਉਹ ਬਚਪਨ 'ਚੋਂ ਹੀ ਇੱਕ ਸੀਗੀ, ਜਦੋਂ ਤੁਹਾਡੇ ਫਾਰਮੇਟਿੰਗ ਜਿਹੜੇ ਪੀਰੀਅਡ, ਜਿਹੜੇ ਟਾਈਮ ਹੁੰਦੇ ਨੇ ਤੁਹਾਡੇ ਬਣਨ ਦੇ, ਤੁਹਾਡੀ ਪਰਸਨੈਲਿਟੀ, ਉਦੋਂ ਹੀ ਲੱਗ ਗਿਆ ਸੀਗਾ ਮੈਂ ਲਿਟਰੇਚਰ ਨਾਲ ਬਹੁਤ ਕੰਫਰਟੇਬਲ ਹੈ ਔਰ ਲਿਟਰੇਚਰ ਮੇਰੇ ਨਾਲ ਕੰਫਰਟੇਬਲ ਹੈ। ਔਰ ਅਸੀਂ ਦੋਨੋਂ ਇੱਕ ਦੂਜੇ ਨਾਲ ਰੈਸਿਪਰੋਕੇਟ ਰੂਪ ਦੇ ਵਿੱਚ ਇੱਕ ਦੂਜੇ ਦੇ ਵਿੱਚੋਂ ਆਪਣਾ ਆਪ ਤਲਾਸ਼ ਸਕਦੇ ਹਾਂ। ਸੋ ਉਹ ਜਿਹੜੇ ਪ੍ਰਾਇਮਰੀ ਈਅਰਸ ਜਿਹੜੇ ਹੁੰਦੇ ਨੇ ਤੁਹਾਡੇ ਮੁੱਢਲੇ ਸਾਲ, ਫਿਰ ਤੁਹਾਡੇ 'ਚ ਕਈ ਅਹਿਸਾਸ ਆਉਂਦੇ ਨੇ। ਤੁਹਾਨੂੰ ਮੁਹੱਬਤ ਹੁੰਦੀ ਹੈ, ਕਈਆਂ ਦੀ ਮੁਹੱਬਤ ਪਾਰ ਚੜ੍ਹਦੀ ਹੈ, ਕਈਆਂ ਦੀ ਨਹੀਂ ਪਾਰ ਚੜ੍ਹਦੀ। ਜਾਂ ਤੇ ਉਹ ਮੁਹੱਬਤ ਵੀ ਇੱਕ ਬਹੁਤ ਵੱਡਾ ਤੁਹਾਡੇ ਭਾਵਾਂ ਨੂੰ ਪ੍ਰਗਟਾਉਣ ਦਾ ਇੱਕ ਉਤੇਜਨਾ ਬਣਦੀ, ਜਿਹਨੂੰ ਅਸੀਂ ਹਿੰਦੀ 'ਚ ਕਿਸ਼ੋਰ ਅਵਸਥਾ ਕਹਿੰਦੇ ਆ। 16-17 ਸਾਲ ਦੀ ਉਮਰ ਦੀ ਜਿਹੜੀ ਟਾਈਮ ਹੈ, ਮੈਨੂੰ ਲੱਗ ਗਿਆ ਸੀ ਕਿ ਮੈਂ ਲਿਟਰੇਚਰ ਮੇਰੇ ਜੀਵਨ ਦਾ ਇੱਕ ਅਭਿੰਨ ਅੰਗ ਬਣਨ ਜਾ ਰਿਹਾ ਹੈ। ਤੁਸੀਂ ਬਹੁਤ ਸਾਰੀਆਂ ਕਵਿਤਾ ਦੀਆਂ ਕਿਤਾਬਾਂ ਲਿਖੀਆਂ, ਨਾਵਲ ਲਿਖੇ, ਚਿੰਤਨ ਦੀਆਂ ਕਿਤਾਬਾਂ ਲਿਖੀਆਂ। ਹੁਣ ਵੀ ਤੁਹਾਡੀ ਨਵੀਂ ਕਿਤਾਬ ਕਲਪ ਬਿਰਖ ਦੀ
ਅਧੂਰੀ ਪਰੀ ਕਥਾ ਕਿਤਾਬ ਆਈ। ਜੇ ਆਪਾਂ ਅੱਜ ਕੱਲ ਜਿਹੜੀ ਕਵਿਤਾ ਲਿਖੀ ਜਾ ਰਹੀ ਆ, ਨਵੀਂ ਪੰਜਾਬੀ ਕਵਿਤਾ ਜਿਹੜੀ ਲਿਖੀ ਜਾ ਰਹੀ ਆ, ਉਹ ਜ਼ਿਆਦਾਤਰ ਇਨਸਾਨ ਦਾ ਜਿਹੜੀ ਅੰਤਰ ਯਾਤਰਾ ਨਾ ਉਹਦਾ ਹੀ ਪ੍ਰਗਟਾਵਾ। ਇਹ ਜਿਹੜੀ ਕਵਿਤਾ ਐਬਸਟਰੈਕਟ ਕਵਿਤਾ ਲਿਖੀ ਜਾ ਰਹੀ ਆ, ਇਹ ਜਿਹੜਾ ਸਮਾਜਿਕ ਤਾਣਾ ਬਾਣਾ ਹੈਗਾ, ਮਤਲਬ ਕਿੰਨਾ ਕੁ ਪ੍ਰਭਾਵ ਆ ਇਸ ਕਵਿਤਾ ਤੇ ਜਾਂ ਆਉਣ ਵਾਲੇ ਸਮੇਂ 'ਚ ਇਹ ਸਮਾਜ ਇਸ ਕਵਿਤਾ ਨੂੰ ਕਿੰਨਾ ਕੁ ਕਬੂਲ ਹੋਗਾ ਤੇ ਕਦੋਂ ਤੱਕ ਕਬੂਲ? ਕਵਿਤਾ ਨੂੰ ਪਰਿਭਾਸ਼ਿਤ ਕਰਨ ਦੇ ਬੜੇ ਹੀਲੇ ਹੋਏ, ਪੱਛਮ 'ਚ ਵੀ ਹੋਏ, ਭਾਰਤ ਦੀਆਂ ਹੋਰ ਭਾਸ਼ਾਵਾਂ 'ਚ ਵੀ ਹੋਏ, ਪੰਜਾਬੀ 'ਚ। ਕਵਿਤਾ ਨੂੰ ਪਰਿਭਾਸ਼ਿਤ ਨਹੀਂ ਕੀਤਾ ਜਾ ਸਕਦਾ ਔਰ ਕਵਿਤਾ ਨੂੰ ਕਿਸੇ ਖਾਕੇ ਜਾਂ ਸਾਂਚੇ 'ਚ ਬੰਨ੍ਹ ਕੇ ਨਹੀਂ ਦੀ। ਜਦੋਂ ਵੀ ਇਸ ਨੂੰ ਕਿਸੇ ਚੌਖਟੇ 'ਚ, ਕਿਸੇ ਦ੍ਰਿਸ਼ਟੀਕੋਣ 'ਚ ਬੰਨ੍ਹ ਕੇ ਦੇਖਣ ਦੇ ਤਜਰਬੇ ਹੋਏ, ਉਹ ਕੋਈ ਬਹੁਤੇ ਸਫਲ ਤਜਰਬੇ ਨਹੀਂ। ਮੇਰਾ ਮੰਨਣਾ ਹੈ ਕਿ ਕਵਿਤਾ ਉਹੀ ਕਵਿਤਾ ਹੈ, ਚਾਹੇ ਉਹ ਤੁਹਾਡੇ ਕਹਿਣ ਤੋਂ ਭਾਵ ਅਮੂਰਤ ਹੋਵੇ ਜਾਂ ਐਬਸਟਰੈਕਟ ਹੋਵੇ ਜਾਂ ਅੰਦਰੂਨੀ ਭਾਵਾਂ ਦੀ ਹੋਵੇ ਜਾਂ ਸਮਾਜਿਕ ਭਾਵਾਂ ਦੀ ਹੋਵੇ। ਉਹੀ ਕਵਿਤਾ ਹੈ ਜਿਹਦਾ ਅਨੁਭਵ ਜਿਹੜਾ ਹੈ ਉਹ ਪ੍ਰਮਾਣਿਕ ਹੈ, ਜਿਹੜਾ ਤੁਸੀਂ ਆਪਣੇ ਪਿੰਡੇ, ਆਪਣੀ ਆਤਮਾ ਔਰ ਆਪਣੀ ਮਨ ਤੇ ਹੰਡਾਇਆ ਹੈ। ਜਿਹੜਾ ਪ੍ਰਮਾਣਿਕ ਅਨੁਭਵ ਹੋਏਗਾ ਉਹਦੇ ਨਾਲ ਹੀ ਆਪਣੇ ਆਪ ਹੀ ਪ੍ਰਮਾਣਿਕ ਭਾਸ਼ਾ ਆ ਜਾਂਦੀ ਹੈ, ਪ੍ਰਗਟਾਵ ਵੀ ਆਪਣੇ ਆਪ ਹੀ ਆ ਜਾਂਦਾ। ਔਰ ਉਹ ਜੇ ਅਨੁਭਵ ਓਰੀਜਨਲ ਹੈ, ਪ੍ਰਗਟਾਵ ਵੀ ਓਰੀਜਨਲ ਹੋਏਗਾ, ਉਸ ਦੀ ਭਾਸ਼ਾ ਵੀ ਓਰੀਜਨਲ ਹੋਏਗੀ ਔਰ ਉਸ ਦਾ ਨਵਾਂ ਰੂਪ ਵੀ ਓਰੀਜਨਲ ਹੋਏਗਾ। ਜਿਹੜੇ ਪਾਠਕ ਨੇ ਉਸ ਨੂੰ ਨਵੇਂ ਰੂਪ ਦੇ ਵਿੱਚ, ਓਰੀਜਨਲ ਰੂਪ 'ਚ ਹੀ ਉਸ ਨੂੰ ਸਵੀਕਾਰ ਕਰਨਾ। ਸੋ ਇਹ ਮੈਨੂੰ ਜਿਹੜਾ ਇੱਕ ਦਵੰਦ ਹੈ ਲੋਕਾਂ ਦੇ ਮਨ 'ਚ ਦੁਬਿਧਾ ਹੈ ਕਿ ਕਵਿਤਾ ਐਬਸਟਰੈਕਟ ਬਹੁਤ ਹੋ ਰਹੀ ਹੈ ਜਾਂ ਅਮੂਰਤ ਹੋ ਰਹੀ ਹੈ ਜਾਂ ਅੰਤਰਭਾਵੀ ਬਹੁਤ ਹੋ ਰਹੀ ਹੈ, ਜਾਂ ਕੁਝ ਕਹਿ ਰਹੇ ਨੇ ਕਿ ਜਿਹੜੀ ਸਮਾਜਿਕ ਸਰੋਕਾਰਾਂ ਨਾਲ ਸੰਬੰਧਿਤ ਕਵਿਤਾ ਹੁੰਦੀ ਹੈ ਉਹੋ ਹੀ ਕਵਿਤਾ ਹੈ। ਫਰ ਤੇ ਨਿਜ ਦੀ ਕਵਿਤਾ ਦੀ ਜਿਹੜੀ ਡਾਇਕੋਟਮੀ ਦੱਸਦੇ ਨੇ, ਇਹ ਸਾਰਾ ਕੁਝ ਹੈ। ਮੈਂ ਇਸ ਨੂੰ ਨੇਗੇਟ ਨਹੀਂ ਕਰ ਰਿਹਾ, ਇਹ ਸਭ ਕੁਝ ਰਹੇਗਾ ਵੀ, ਆਉਣ ਵਾਲੇ ਸਮੇਂ 'ਚ ਵੀ ਰਹਿਣਾ ਹੀ ਹੈ। ਇਹ ਜਿਹੜੀ ਰੂਪ ਤੇ ਵੱਥ ਦੀ, ਵਸਤੂ ਦੀ ਜਿਹੜੀ ਡਾਇਕੋਟਮੀ ਹੈ, ਇਹ ਰਹਿਣੀ ਹੀ ਰਹਿਣੀ ਹੈ। ਪਰ ਇਸ ਸਭ ਕੁਝ ਦੇ ਬਾਵਜੂਦ ਕਵਿਤਾ ਉਹੀ ਯੂਨੀਵਰਸਲਾਈਜ਼ਡ ਹੈ, ਆਪਣੇ ਸਮਿਆਂ ਨੂੰ ਪਾਰ ਕਰਦੀ ਹੈ, ਜਿਹੜੀ ਪ੍ਰਮਾਣਿਕ, ਜਿਹਦੇ ਕੋਲ ਨਵਾਂਪਨ, ਓਰੀਜਨੈਲਿਟੀ ਹੈ। ਕਵਿਤਾ 'ਚ ਪੁਰਾਣਾਪਨ ਨਾਲ ਤੁਸੀਂ ਚੀਜ਼ਾਂ ਨੂੰ ਨਹੀਂ, ਲੋਕਾਂ ਨੂੰ ਆਪਣੀ ਗੱਲ ਕਹਿ ਸਕਦੇ। ਔਰ ਨਵਾਂਪਨ ਕਿਸ ਤਰ੍ਹਾਂ ਆਏਗਾ? ਉਹ ਤੁਹਾਡੇ ਐਕਸਪੀਰੀਐਂਸਿਸ ਦੇ ਉੱਤੇ ਆਏਗਾ। ਕਵੀ ਜਿਹੜਾ ਹੈ ਉਹ ਸਭ ਤੋਂ ਵੱਡਾ ਰਿਸਕ ਲੈਣ ਵਾਲਾ ਬੰਦਾ ਹੈ। ਕਵੀ ਇੱਕ ਜਿਹਨੂੰ ਕਹਿੰਦੇ ਆ ਪੁਲਿਸ ਰਾਤ, ਬਹੁਤ ਬਰੀਕ ਪੁੱਲ ਹੈ ਜਿਹੜਾ, ਉਹਦੇ ਉੱਤੋਂ ਚੱਲ ਕੇ ਉਹ ਫਿਰ ਪਾਰ ਨਿਕਲਦਾ ਹੈ। ਉਹ ਜਿਹੜਾ ਬਰੀਕ ਪੁੱਲ ਤੋਂ ਚੱਲ ਕੇ ਪਾਰ ਨਿਕਲਣ ਦਾ ਅਨੁਭਵ ਭਾਵੇਂ ਦੇਸ਼ ਦਾ ਸਭ ਨੂੰ ਇੱਕੋ ਜਿਹਾ ਹੈ, ਪਰ ਹਰ ਬੰਦੇ ਦਾ ਆਪਣਾ ਅਨੁਭਵ ਹੈ। ਉਹਨੂੰ ਉਸ ਕਿੰਨੀ ਸ਼ਿੱਦਤ ਨਾਲ ਮਹਿਸੂਸ ਕਰਦਾ ਹੈ ਔਰ ਉਹ ਸ਼ਿੱਦਤ ਹੀ ਨਵਾਂਪਨ ਲਿਆਉਂਦੀ, ਨਵੀਂ ਭਾਸ਼ਾ ਲਿਆਉਂਦੀ ਹੈ। ਨਵੀਂ ਕਾਵਿ ਭਾਸ਼ਾ ਹੈ ਉਹਦੇ ਵਿੱਚ। ਨਵੀਂ ਕਾਵਿ ਭਾਸ਼ਾ ਕੀ ਹੈ? ਭਾਸ਼ਾ ਤੇ ਸੇਮ ਉਹੀ ਹੀ ਰਹਿਣੀ ਹੈਗੀ, ਕਹਿਣ ਦਾ ਪ੍ਰਗਟਾਓ, ਅਭਿਵਿਅਕਤ, ਔਰ ਉਹਦੇ ਵਿੱਚ ਜਿਹੜਾ ਸ਼ਿੱਦਤ, ਚਾਹੇ ਉਹ ਰੂਪ ਦੀ ਪੱਧਰ ਦੇ ਉੱਤੇ ਹੋਵੇ ਤੇ ਚਾਹੇ ਉਹ ਕੰਟੈਂਟ ਦੀ ਪੱਧਰ ਦੇ ਉੱਤੇ ਹੋਵੇ, ਚਾਹੇ ਉਹ ਵਿਚਾਰ ਦੀ ਪੱਧਰ ਦੇ ਉੱਤੇ ਹੋਵੇ ਔਰ ਚਾਹੇ ਉਹ ਇਮੇਜਿਨੇਸ਼ਨ ਦੀ ਪੱਧਰ ਦੇ ਉੱਤੇ ਹੋਵੇ, ਜਿਹਦੇ 'ਚ ਕੋਈ ਨਵਾਂਪਨ ਹੈ। ਔਰ ਜਿਹਦੇ 'ਚ ਨਵਾਂਪਨ ਹੀ ਅਕੇਲਾ ਨਵਾਂਪਨ ਨਹੀਂ, ਜਿਹਦੀਆਂ ਜੜ੍ਹਾਂ ਕਿਸੇ ਅਨੁਭਵ 'ਚ ਹੈ। ਡਾਕਟਰ ਸਾਹਿਬ, ਇਹਦਾ ਨਾਲ ਹੀ ਇੱਕ ਸਵਾਲ ਜੁੜਦਾ, ਜਿਹੜਾ ਅੱਜ ਸਾਹਿਤ ਜਿਹੜਾ ਪਹਿਲਾਂ ਲਿਖਿਆ ਗਿਆ, ਦੇਸ਼ੀ ਵਿਦੇਸ਼ੀ ਦਰਸ਼ਨ ਦਾ, ਉਹਦੇ ਤੇ ਬਹੁਤ ਪ੍ਰਭਾਵ ਰਿਹਾ। ਉਦਾਹਰਨ ਦੇ ਤੌਰ ਤੇ ਨਿਤਸ਼ੇ ਆਇਆ, ਫਿਰ ਓਸ਼ੋ ਆਇਆ। ਇਹਨਾਂ ਦਾ ਦੋਨਾਂ ਫਿਲਾਸਫਰਾਂ ਦਾ ਲੇਖਕਾਂ ਦੀਆਂ ਲਿਖਤਾਂ ਤੇ ਬਹੁਤ ਪ੍ਰਭਾਵ ਰਿਹਾ। ਅੱਜ ਦੇ ਸਾਹਿਤ ਤੇ ਉਹਨਾਂ ਦੀਆਂ ਲਿਖਤਾਂ ਦਾ ਕਿੰਨਾ ਕੁ ਪ੍ਰਭਾਵ ਬਚਿਆ ਜੇ, ਤੇ ਕਰੇ ਦੇ ਬਾਰੇ ਮੈਂ ਜਾਣਕਾਰੀ ਚਾਹਾਂਗਾ। ਤੁਸੀਂ ਰਿਗਵੇਦ ਦੀ ਕਵਿਤਾ ਤੋਂ ਸ਼ੁਰੂ ਕਰ। ਰਿਗਵੇਦ ਆਪਣੇ ਆਪ 'ਚ ਕਵਿਤਾ ਹੀ ਹੈ ਔਰ ਰਿਗਵੇਦ ਦੇ ਵਿੱਚ ਕਵਿਤਾ ਬਾਰੇ ਇਹ ਕਿਹਾ ਗਿਆ ਹੈ ਕਿ ਜਿਸ ਤਰ੍ਹਾਂ ਇਸ ਸ੍ਰਿਸ਼ਟੀ ਦਾ ਵਿਧਾਤਾ ਹੈ, ਜਿਸਨੇ ਇਸ ਸ੍ਰਿਸ਼ਟੀ ਬਣਾਈ ਹੈ, ਇਸ ਤਰ੍ਹਾਂ ਹੀ ਕਵਿਤਾ ਦਾ ਕਵੀ ਵੀ ਆਪਣਾ ਵਿਧਾਤਾ ਹੈ। ਕਵਿਤਾ ਦੀ ਸ੍ਰਿਸ਼ਟੀ ਦਾ ਜਿਹੜਾ ਵਿਧਾਤਾ ਉਹ ਕਵੀ ਹੈ। ਇਸ ਤੋਂ ਵੱਡਾ ਹੋਰ ਕੋਈ ਦਰਸ਼ਨ ਨਹੀਂ ਹੁੰਦਾ। ਔਰ ਉਹ ਵੀ ਇਹ ਕਹਿੰਦਾ ਹੈ, ਇਹ ਦੇਵਤਿਆਂ ਦੀ ਕਵਿਤਾ ਹੈ, ਇਹ ਨਾ ਮਰਦੀ ਹੈ ਨਾ ਖੀਣ ਹੁੰਦੀ। ਦੇਵਤਾ ਕਿਹਨੂੰ ਕਿਹਾ ਗਿਆ? ਦੇਵਤਾ ਮੈਂ ਅਧਿਆਤਮਿਕ ਭਾਸ਼ਾ 'ਚ ਨਹੀਂ ਕਹਿ ਰਿਹਾ ਹੈਗਾ। ਦੇਵਤਾ ਮੀਨ ਕਿ ਜਿਹੜਾ ਆਪਣੇ ਜਿਹੜੇ ਭੌਤਿਕ ਸੰਸਾਰ ਤੋਂ ਟ੍ਰਾਂਸੈਂਡ ਹੋਇਆ ਹੁੰਦਾ ਹੈ, ਦਰਸ਼ਨ ਦੀ ਪੱਧਰ ਦੇ ਉੱਤੇ, ਵਿਚਾਰ ਦੀ ਪੱਧਰ ਉੱਤੇ, ਸੋਚ ਦੀ ਪੱਧਰ। ਸਮੇਂ-ਸਮੇਂ ਜੋ ਵੀ ਸਾਹਿਤ ਰਚਿਆ ਜਾਂਦਾ ਹੈ, ਚਾਹੇ ਉਹ ਕਵਿਤਾ ਹੋਵੇ, ਨਾਵਲ ਹੋਵੇ, ਕਹਾਣੀ ਹੋਵੇ, ਕੁਝ, ਉਸ ਦਾ ਆਪਣੇ ਸਮਕਾਲੀ ਦਰਸ਼ਨ ਦਾ ਉੱਤੇ ਬਹੁਤ ਪ੍ਰਭਾਵ। ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਤੁਸੀਂ ਹੁਣ ਨੀਸ਼ੇ ਦੀ ਗੱਲ ਕੀਤੀ, ਨੀਸ਼ੇ ਦੇ ਪਿੱਛੇ ਵੈਸਟ ਦੀ ਇੱਕ ਬੜੀ ਲੰਬੀ ਫਿਲਾਸਫੀਕਲ ਪਰੰਪਰਾ ਹੈ। ਰਿਨੇਸਾਂਸ ਕਿਉਂ ਆਈ? ਕਿਉਂਕਿ 12ਵੀਂ 13ਵੀਂ 14ਵੀਂ ਸਦੀ ਦਾ ਪੀਰੀਅਡ ਜਿਹੜਾ ਸੀ, ਬਿਲਕੁਲ ਡਾਰਕ ਪੀਰੀਅਡ ਸੀਗਾ। ਹਿਸਟਰੀ ਦਾ
ਯੂਰਪ ਦਾ ਇਹਨੂੰ ਡਾਰਕ ਪੀਰੀਅਡ ਕਹਿੰਦੇ ਨੇ। ਉਸ ਤੋਂ ਪਹਿਲਾਂ ਜਿਹਾਦ ਹੋ ਚੁੱਕੇ ਸੀ, ਜੰਗਾਂ ਹੋ ਚੁੱਕੀਆਂ ਸੀ, 300 ਵਰੇ ਦੀਆਂ ਜੰਗਾਂ ਹੁੰਦੀਆਂ ਸੀ। ਟ੍ਰਾਈਬਲਸ ਜਿਹੜੀਆਂ ਸੀਗੀਆਂ, ਯੂਰਪੀਅਨ ਟ੍ਰਾਈਬਸ ਜਿਹੜੀਆਂ ਸੀ, ਉਹ ਇਕੱਠੀਆਂ ਹੋ ਕੇ ਯਰੂਸ਼ਲਮ ਵੱਲ ਵੱਧਦੀਆਂ ਸੀਗੀਆਂ ਕਬਜ਼ਾ ਲੈਣ ਵਾਸਤੇ। ਤਿੰਨ ਧਰਮਾਂ ਦੀ ਬੜੀ ਸਟਰੋਂਗ ਲੜਾਈ, ਯੂਡਾਇਜ਼ਮ, ਈਸਾਈਅਤ ਔਰ ਇਸਲਾਮ, ਇਹ ਲੰਬੀ ਲੜਾਈਆਂ ਚੱਲੀਆਂ ਤੇ ਉਹਦੇ ਬਾਅਦ ਯੂਰਪ ਔਰ ਕਈ ਪੈਂਡੈਮਿਕਸ ਆਈਆਂ, ਜਿਵੇਂ ਮਹਾਮਾਰੀਆਂ ਕਹਿੰਦੇ ਆ, ਜਿਨ੍ਹਾਂ ਵਿੱਚੋਂ ਪਲੇਗ ਬਹੁਤ ਵੱਡੀ ਮਹਾਮਾਰੀ ਸੀ। 12ਵੀਂ 13ਵੀਂ ਸਦੀ 'ਚ ਜਿਹੜੀ ਪਲੇਗ ਆਈ, ਉਹਨੇ ਪੂਰਾ ਯੂਰਪ ਡਿਵਾਸਟੇਟ ਕਰ ਦਿੱਤਾ, ਖਤਮ ਕਰ ਦਿੱਤਾ। ਉਸ ਤੋਂ ਬਾਅਦ ਰੇਨੇਸਾਂਸ ਦਾ ਪੀਰੀਅਡ ਸ਼ੁਰੂ ਹੁੰਦਾ ਹੈ, ਔਰ ਫਿਰ ਇਨਲਾਈਟਨਮੈਂਟ ਦਾ ਪੀਰੀਅਡ ਆਉਂਦਾ ਹੈ, ਫਿਰ ਇੰਡਸਟਰੀਲਾਈਜੇਸ਼ਨ ਦਾ ਪੀਰੀਅਡ ਆਉਂਦਾ ਹੈ। ਉਸ ਤੋਂ ਬਾਅਦ ਜਿਹੜਾ ਨੀਚੇ ਦੇ ਪਿੱਛੇ ਇੱਕ ਬਹੁਤ ਵੱਡਾ ਇਤਿਹਾਸ ਹੈ ਜਰਮਨ ਕਲਚਰ ਦਾ ਔਰ ਜਰਮਨ ਫਿਲਾਸਫੀ ਦਾ। ਉਹਦੇ ਪਿੱਛੇ ਉਹਦਾ ਜਿਹੜਾ ਫਲਸਫਾ ਹੈ, ਸੁਪਰ ਹਿਊਮਨ ਦਾ ਫਲਸਫਾ, ਉਸ ਹਿਸਟਰੀ ਦੇ ਵਿੱਚੋਂ ਹੀ ਨਿਕਲਿਆ। ਉਹਦੀ ਜਿਹੜੀ ਖਾਸ ਤਰ੍ਹਾਂ ਦੀ ਡਾਇਲੈਕਟਿਕਸ ਉਹਦੇ ਵਿੱਚੋਂ ਨਿਕਲਿਆ। ਇਸੇ ਤਰ੍ਹਾਂ ਹੀ ਤੁਸੀਂ ਹੁਣ ਦੇਖੋ, ਜਿਹੜੀ ਚੇਤਨ ਕਵੀ ਹੈ, ਉਹ ਆਪਣੇ ਦੌਰ ਦੇ ਚਿੰਤਨ ਤੋਂ ਮੁਕਤ ਨਹੀਂ ਰਹਿ ਸਕਦਾ, ਉਹਨੇ ਪ੍ਰਭਾਵਿਤ ਹੋਣਾ ਹੀ ਹੋਣਾ। ਜਿਹੜੀਆਂ ਦੌਰ 'ਚ ਘਟਨਾਵਾਂ ਵਾਪਰਦੀਆਂ ਨੇ, ਇਤਿਹਾਸਕ ਘਟਨਾਵਾਂ ਵਾਪਰਦੀਆਂ ਨੇ, ਜਾਂ ਉਸ ਦਾ ਕ੍ਰੀਏਟੀਵਿਟੀ ਦੇ ਉੱਤੇ ਅਸਰ ਰਹਿਣਾ ਹੀ ਰਹਿਣਾ। ਤਾਂ ਮੈਨੂੰ ਲੱਗਦਾ ਕਿ ਹਰ ਦੌਰ ਦਾ ਇੱਕ ਆਪਣਾ ਦਰਸ਼ਨ ਹੈ। ਤੁਸੀਂ ਹੁਣ ਦੂਰ ਨਹੀਂ ਜਾਂਦੇ, ਗੁਰੂ ਨਾਨਕ ਸਾਹਿਬ ਜਦੋਂ ਬਾਬਰ ਬਾਣੀ ਉਚਾਰਦੇ ਨੇ, ਤੇ ਉਹ ਆਪਣੇ ਕੰਟੈਂਪਰੇਰੀ ਰਿਐਲਿਟੀ, ਆਪਣੇ ਸਮੇਂ ਦੀ ਜਿਹੜੀ ਰਿਐਲਿਟੀ ਹੈ, ਉਸ ਨੂੰ ਮੁਖਾਤਿਬ ਹੋ ਰਹੇ। ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ। ਖੁਰਾਸਾਨ ਖਸਮਾਨਾ ਕੀ ਹੈ? ਖੁਰਾਸਾਨ ਉਹ ਇਲਾਕਾ ਜਿਹੜਾ ਈਰਾਨ, ਇਰਾਕ ਔਰ ਅਫਗਾਨਿਸਤਾਨ ਦੇ ਵਿੱਚ ਦਾ ਇਲਾਕਾ ਹੈ। ਜਦੋਂ ਖਸਮਾਨਾ ਕੀਆ, ਜਦੋਂ ਉਹ ਮਾਲਕ ਬਣੇ, ਖਸਮਾਨਾ ਕੀਆ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਤੇ ਉਹਨਾਂ ਨੇ ਹਿੰਦੁਸਤਾਨ ਦੀ ਰਿਆਇਆ ਨੂੰ ਆਪਣੇ ਡਰ ਨਾਲ ਆਪਣੇ ਕਬਜ਼ੇ 'ਚ ਲਿਆ। ਇਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ। ਉਹ ਆਪਣੇ ਸਮੇਂ ਦੀ ਜਿੰਨਾ ਉਸ ਵੇਲੇ ਬਲੱਡ ਸ਼ੈਡ ਹੋਇਆ, ਔਰ ਸੱਤਾ ਦੇ ਉਸ ਵੇਲੇ ਆਪਣੀ ਹਕੂਮਤ ਨੇ ਉਸ ਵੇਲੇ ਰਿਆਇਆ ਦਾ ਜੋ ਘਾਣ ਕੀਤਾ, ਉਹਨੂੰ ਗੁਰੂ ਸਾਹਿਬ ਨੇ ਆਪਣੇ ਸਮੇਂ ਦੀ ਰਿਐਲਿਟੀ ਨੂੰ ਡਿਪਿਕਟ ਕੀਤਾ, ਔਰ ਉਹ ਪ੍ਰਭਾਵਿਤ ਹੋ ਰਹੇ ਸੀਗੇ ਆਪਣੇ ਸਮੇਂ। ਉਸ ਵੇਲੇ ਭਗਤੀ ਮੂਵਮੈਂਟ ਚੱਲ ਰਹੀ ਸੀਗੀ, ਔਰ ਇਹ ਸਾਰੇ ਰਾਮਾਨੰਦ ਦੇ ਸ਼ਾਗਿਰਦ ਸੀਗੇ, ਔਰ ਇਹਨਾਂ ਨੇ ਫਿਰ ਅੱਗੋਂ ਜਿਹੜੀ ਭਗਤੀ ਮੂਵਮੈਂਟ ਚੱਲੀ, ਔਰ ਉਹਨਾਂ ਨੇ ਗਿਲੇ ਗੁਰੂਆਂ ਨੇ ਕਿੰਨਾ ਵੱਡਾ ਐਕਸਪੈਰੀਮੈਂਟ ਕੀਤਾ। ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਉਹ ਐਕਸਪੈਰੀਮੈਂਟ ਸਾਡੇ ਸਾਹਮਣੇ ਆ, ਜਿਸ 'ਚ ਬਰਾਬਰਤਾ ਦਾ ਸੰਕਲਪ ਆਇਆ, ਕਿਰਤ ਦਾ ਸੰਕਲਪ ਆਇਆ, ਨਾਮ ਦਾ। ਇਹ ਸਾਰਾ ਦਰਸ਼ਨ ਹੀ ਹੈ। ਡਾਕਟਰ ਸਾਹਿਬ, ਇਸੇ ਸਵਾਲ 'ਚੋਂ ਹੀ ਇੱਕ ਹੋਰ ਸਵਾਲ ਨਿਕਲਦਾ ਕਿ ਪਿਛਲੇ ਬਹੁਤ ਸਮਾਂ ਪਹਿਲਾਂ ਚਾਈਨਾ ਦੇ ਵਿੱਚ ਹੱਕ ਮੰਗਦੇ ਲੋਕਾਂ ਨੂੰ ਟੈਂਕਾਂ ਹੇਠ ਦਰੜ ਕੇ ਰੱਖ ਦਿੱਤਾ ਸੀਗਾ। ਇਵੇਂ ਹੁਣ ਮਹਾਮਾਰੀ ਚੱਲੀ ਆ, ਕਰੋਨਾ ਹੋਇਆ, ਬੇਰੁਜ਼ਗਾਰੀ ਹੋਈ ਆ, ਤੇ ਇਹਨੇ ਸਾਰੇ ਵਿਸ਼ਵ ਨੂੰ ਹਿਲਾ ਕੇ ਰੱਖ ਦਿੱਤਾ। ਕਿਸਾਨ ਸੰਘਰਸ਼ ਨੇ ਵੀ ਸਾਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ। ਤੇ ਇਹਦੇ ਵਿੱਚ ਮੇਰਾ ਸਵਾਲ ਇਹ ਹੈ ਕਿ ਸਾਹਿਤ ਦੀ ਜਿਹੜੀ ਹੋਣੀ ਹੈ, ਇਹ ਜੋ ਕੁਝ ਵੀ ਵਾਪਰ ਰਿਹਾ, ਉਹ ਕੀ ਹੋ ਸਕਦੀ ਆ ਜੇ ਅਸੀਂ ਇਸ ਸਾਹਿਤ ਨੂੰ ਸਮਿਆਂ ਤੋਂ ਪਾਰ ਵੇਖਣਾ ਹੋਵੇ, ਜਾਂ ਇੱਕ ਸਮੇਂ ਦੇ ਵਿੱਚ ਬੰਨ੍ਹ ਕੇ ਰੱਖਣਾ ਹੋਵੇ, ਬੰਨ੍ਹ ਕੇ ਸੋਚਣਾ ਹੋਵੇ। ਆਫਟਰ ਆਲ ਸਾਹਿਤ ਦਾ ਬਹੁਤ ਵੱਡਾ ਰੋਲ ਹੋਣਾ ਵਾ ਆਉਣ ਵਾਲੇ ਸਮੇਂ 'ਚ। ਇਹਦੇ ਬਾਰੇ ਤੁਹਾਡੀ ਕੀ ਰਾਏ ਹੈ? ਜਿਹੜੇ ਇਮੀਡੀਏਟ ਰਿਐਕਸ਼ਨਸ ਨੇ, ਉਹ ਵੀ ਕੋਈ, ਮੈਂ ਉਹਨਾਂ ਨੂੰ ਬੁਰੇ ਰਿਐਕਸ਼ਨ ਨਹੀਂ ਕਹਿੰਦਾ ਹੈਗਾ, ਭਾਵਨਾਵਾਂ ਨੇ, ਪਰ ਉਹ ਕਿੱਦਾਂ ਟ੍ਰਾਂਸੈਂਡ ਕਰਦੇ ਨੇ, ਆਪਣੇ ਸਮੇਂ ਤੋਂ ਪਾਰ ਕਿੱਦਾਂ ਜਾਣ। ਉਹ ਸਮੇਂ ਤੋਂ ਪਾਰ ਕਰਨ ਵਾਲਾ ਜਿਹੜਾ ਸਾਹਿਤ ਹੈ, ਉਹਨੇ ਅਜੇ ਲਿਖਿਆ ਜਾਣਾ, ਜਿਹਨੂੰ ਕਹਿੰਦੇ ਯੂਨੀਵਰਸਲਾਈਜ਼ ਕਰਦਾ। ਤੁਸੀਂ ਆਪਣੇ ਸਮੇਂ ਨੂੰ ਟ੍ਰਾਂਸੈਂਡ ਕਿੱਦਾਂ ਕਰਦੇ ਜੀ, ਔਰ ਸਰਵਕਾਲੀ ਕਿੱਦਾਂ ਹੁੰਦੇ ਜੀ, ਯੂਨੀਵਰਸਲਾਈਜ਼ ਕਿੱਦਾਂ ਹੁੰਦੀ ਹੈ, ਸਾਰਭੌਮਿਕ ਕਿੱਦਾਂ ਹੁੰਦੇ ਜੀ। ਉਹ ਇਮੀਡੀਏਟ ਰਿਐਕਸ਼ਨਸ ਵਾਲਾ ਜਿਹੜਾ ਸਾਹਿਤ ਹੈ, ਉਹ ਨਹੀਂ ਲਿਖਿਆ ਜਾ ਸਕਦਾ ਹੈ। ਪਰ ਉਹ ਜਿਹੜਾ ਇਮੀਡੀਏਟ ਵੀ ਹੈ, ਉਹ ਕੋਈ, ਉਹਨੂੰ ਮੈਂ ਕੋਈ ਨਕਾਰਾਤਮਕਤਾ ਵੱਲੋਂ ਨਹੀਂ ਦੇਖਦਾ ਪਿਆ, ਉਹ ਵੀ ਕਿਤੇ ਪੀਸ ਦਾ ਕੰਮ ਕਰ ਰਿਹਾ। ਹਾਂ, ਉਹਨੇ ਤੁਹਾਡੀ ਇੱਕ ਪਿੱਠ ਭੂਮੀ, ਇੱਕ ਤੁਹਾਡਾ ਦ੍ਰਿਸ਼ ਤਿਆਰ ਕਰਨਾ। ਹਾਂ, ਬਿਲਕੁਲ ਕਰ ਸਕਦਾ, ਔਰ ਉਹ ਫਿਰ ਉਹ ਜ਼ਮੀਨ ਤਿਆਰ ਕਰਨੀ ਹੁੰਦੀ, ਜਿਹਦੇ 'ਚ ਇੱਕ ਵੱਡਾ ਸਿਰਜਣਾਤਮਕ ਸਾਹਿਤ ਨਿਕਲ। ਇੱਕ ਐਗਜ਼ਾਮਪਲ ਦੇਣਾ ਕਿ ਜਦੋਂ ਵੰਡ ਹੋਈ ਪੰਜਾਬ, ਤੇ ਲੋਕ ਕਹਿ ਰਹੇ ਸੀਗੇ ਕਿ ਪੰਜਾਬੀ 'ਚ ਇੰਨੀ ਵੱਡੀ ਵੰਡ ਹੋਈ, ਘੱਟੋ ਘੱਟ 10 ਲੱਖ ਬੰਦਾ ਵਿਸਥਾਪਿਤ ਹੋਇਆ, ਔਰ ਇੰਨਾ ਵੱਡਾ ਘਾਣ ਹੋਇਆ ਸਾਰਿਆਂ ਤੇ, ਔਰਤਾਂ ਤੇ, ਮਰਦਾਂ ਤੇ, ਬੱਚਿਆਂ, ਲੋਕਾਂ ਤੇ, ਲੋਕ ਬੇਘਰ ਹੋ ਗਏ। ਵਧੀਆ ਲਿਟਰੇਚਰ ਨਹੀਂ ਆਇਆ ਕਿ ਇਹ ਕਿਹਾ ਜਾਏ। ਦੇਖੋ, ਇਤਿਹਾਸ ਜਿਹੜਾ ਨਾ, ਉਹ ਇਮੀਡੀਏਟ ਨਹੀਂ ਹੈ। ਇਤਿਹਾਸ ਦਾ ਬਹੁਤ ਲੰਬਾ ਦੌਰ ਹੈ। ਨਾਵਲ ਹੈ ਸਿਧਾਰਥਾ, ਉਹਦੇ 'ਚ ਜਦੋਂ ਚਾਰੂ ਦੱਤ ਜਾਂਦਾ ਹੈ ਗਣਿਕਾ ਕੋਲ, ਤੇ ਉਹ ਕਹਿੰਦੀ ਕਿ ਤੂੰ ਕੀ ਕਰ ਸਕਦਾ, ਉਹਦੇ ਕੋਲ ਤਾਂ ਬਹੁਤ ਵੱਡੇ ਆਰਡਰ ਸਟੇਟ ਲੋਕ ਆਉਂਦੇ, ਯੂ ਆਰ ਪੈਨੀਲੈਸ, ਤੂੰ ਤਾਂ ਗਰੀਬ ਆਦਮੀ ਹੈ, ਗਰੀਬ ਤੂੰ ਮੇਰੇ ਲਈ ਕੀ ਕਰ ਸਕਦਾ। ਉਹ ਕਹਿੰਦਾ ਕਿ ਆਈ ਕੈਨ ਫਾਸਟ, ਕਹਿੰਦੇ ਆਈ ਕੈਨ ਵੇਟ, ਆਈ ਕੈਨ ਥਿੰਕ, ਮੈਂ ਇੰਤਜ਼ਾਰ ਕਰ ਸਕਦਾ, ਮੈਂ ਸੋਚ ਸਕਦਾ। ਇਹ ਜਿਹੜਾ ਇਹ ਜਦੋਂ ਤੁਸੀਂ ਦੌਰ ਚੋਂ ਨਿਕਲਦੇ ਜੇ, ਫਿਰ ਵੱਡਾ ਜਿਹੜਾ ਸਾਹਿਤ ਹੈ ਹੌਲੀ ਹੌਲੀ ਉਹ ਨਿਕਲਦਾ ਹੈ। ਜਦੋਂ ਤੁਹਾਡੇ ਖੂਨ 'ਚ
ਤੁਹਾਡੇ ਵਿਚਾਰਾਂ ਦੀ ਜ਼ਮੀਨ ਦੇ ਵਿੱਚ ਜਿਹਨੂੰ ਗੁੰਨਿਆ ਜਾਂਦਾ ਹੈ, ਫਿਰ ਉਹ ਮੈਂ ਜਿਹੜਾ ਪਹਿਲਾ ਨਾਵਲ ਲਿਖਿਆ ਨਿਰਵਾਣ, ਉਹ ਜਿਹੜੇ ਐਕਸਪੀਰੀਅੰਸਿਸ ਜਿਹੜੀ ਉਹ ਮੈਂ ਪੜ੍ਹਾਈ ਕੀਤੀ ਜਾਂ ਆਬਜ਼ਰਵੇਸ਼ਨ ਕੀਤੀ, ਉਹ ਲਗਭਗ 13-14 ਸਾਲ ਬਾਅਦ ਲਿਖਿਆ, ਹੌਲੀ ਹੌਲੀ। ਇਹ ਜਿਹੜਾ ਨਾਵਲ ਜਿਹੜਾ ਮੇਰਾ ਨਵਾਂ ਆ ਰਿਹਾ ਸਹਿਜ ਗੁਫਾ ਮੇ ਆਸਣ, ਇਹ ਮੈਨੂੰ 20 ਸਾਲ ਨਾਵਲ ਲਿਖੇ ਨੇ, 20 ਇਮੀਡੀਏਟਲੀ, ਹੌਲੀ ਹੌਲੀ। ਔਰ ਮੈਨੂੰ ਲੱਗਦਾ ਕਿ ਜਿੱਦਾਂ ਨਿਰਵਾਣ ਨੂੰ ਲੋਕਾਂ ਨੇ ਐਕਸੈਪਟ ਕੀਤਾ ਔਰ ਉਹਨੂੰ ਹੁੰਗਾਰਾ ਭਰਿਆ, ਇਸ ਤੋਂ ਵੀ ਭਾਵ। ਡਾਕਟਰ ਸਾਹਿਬ, ਜਿਵੇਂ ਤੁਸੀਂ ਇਤਿਹਾਸ ਦੀ ਗੱਲ ਕੀਤੀ ਹੈ, 1947 ਦੀ ਉਦਾਹਰਨ ਦਿੱਤੀ ਹੈ, ਉਸ ਸਾਰੇ ਵਰਤਾਰੇ ਦਾ ਇਮੀਡੀਏਟਲੀ ਰਿਐਕਟ ਨਹੀਂ ਹੋਇਆ, ਉਹ ਬਾਅਦ ਵਿੱਚੋਂ ਚੱਲਦਾ ਰਹਿੰਦਾ, ਬਾਅਦ ਵਿੱਚ ਬੜਾ ਕੁਝ ਹੋਇਆ। ਇੱਕ ਜਿਵੇਂ ਕਿ ਜਿਹੜਾ ਯਹੂਦੀ ਮੂਲ ਦਾ ਚਿੰਤਕ ਹੈ ਯੁਵਾਲ ਨੋਆਹ ਹਰਾਰੇ, ਮੈਂ ਤੁਹਾਡੀ ਕਿਤਾਬ ਪੜ੍ਹ ਰਿਹਾ ਸੀਗਾ ਤੇ ਉਹਦੇ ਵਿੱਚ ਇਹ ਲਿਖਿਆ ਸੀਗਾ ਜਿਹੜਾ ਇਤਿਹਾਸ ਹੈ ਉਹ ਭਵਿੱਖ ਨੂੰ ਪਛਾਣਨ ਵਾਲੀ ਦ੍ਰਿਸ਼ਟੀ ਚੋਂ ਪੈਦਾ ਹੁੰਦਾ। ਹੁਣ ਇਹ ਮਿੱਥ ਜੀ ਬਣ ਗਈ ਹੈ, ਸਵਾਲ ਵੀ ਪੈਦਾ ਹੁੰਦੇ ਆ, ਜਿਹੜੇ ਲੋਕ ਮਤਲਬ ਇਹ ਸਾਰਾ ਕੁਝ ਪੜ੍ਹ ਕੇ ਸਿਆਣੇ ਹੋ ਗਿਆ, ਵਹਿਮਾਂ ਭਰਮਾਂ ਤੋਂ ਮੁਕਤ ਹੋ ਗਏ ਆ ਤੇ ਮਨੁੱਖ ਸਿਆਣਾ ਹੋ ਗਿਆ, ਜਿਹੜੀ ਮੌਜੂਦਾ ਮੂਵਮੈਂਟ ਚੱਲ ਰਹੀ ਹੈ ਇਸ ਵੇਲੇ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਯੁਵਾਲ ਨੋਆਹ ਹਰਾਰੇ ਬੇਸਿਕਲੀ ਉਹ ਹਿਸਟੋਰੀਅਨ ਹੈ। ਉਹਨੇ 3 ਕਿਤਾਬਾਂ ਲਿਖੀਆਂ। ਪਹਿਲੀ ਕਿਤਾਬ ਸੀਗੀ ਸੇਪੀਅੰਸ, ਜਿਹਦੇ ਵਿੱਚ ਉਸਨੇ ਮਨੁੱਖ ਦਾ ਹੁਣ ਤੱਕ ਦਾ ਜਿਹੜਾ ਸਰੂਪ ਹੈ ਉਹ ਤੋਂ ਲੈ ਕੇ ਜਦੋਂ ਮਨੁੱਖ ਪੈਦਾ ਹੋਇਆ ਜਾਂ ਜਿਹੜੀ ਐਵੋਲੂਸ਼ਨ ਹੈ ਚਿੰਪੈਂਜੀਜ਼ ਤੋਂ, ਉਸ ਐਵੋਲੂਸ਼ਨ ਦੀ ਉਹ ਗੱਲ। ਦੂਸਰੀ ਕਿਤਾਬ ਹੈ ਹੋਮੋ ਡੀਓਸ, ਉਹ ਹੈਗੀ ਭਵਿੱਖ ਬਾਰੇ, ਆਉਣ ਵਾਲੇ ਦੇਵਤੇ ਜਿਹੜਾ ਇਹ ਮਨੁੱਖ, ਜਿਹੜਾ ਡਿਊਸ ਮੀਨ ਦੇਵਤਾ, ਇਹ ਮਨੁੱਖ ਕਿੱਦਾਂ ਦੇਵਤਾ ਬਣਦਾ। ਦੇਵਤਾ ਨਾਟ ਇਨ ਸੈਂਸ ਆਫ ਜਿਹੜੀ ਹਿੰਦੂ ਮੈਥੋਲੋਜੀ, ਦੇਵਤਾ ਮੀਨ ਜਿਹੜਾ ਬੰਦਾ ਆਪਣੀਆਂ ਸੀਮਾਵਾਂ ਨੂੰ ਟ੍ਰਾਂਸੈਂਡ ਕਰਦਾ। ਤੀਸਰੀ ਉਹਦੀ ਕਿਤਾਬ ਹੈ 21 ਲੈਸਨ ਫॉर 21st ਸੈਂਚੁਰੀ, 21ਵੀਂ ਸਦੀ ਵਾਸਤੇ ਸਬਕ। ਇਹਨਾਂ ਤਿੰਨਾਂ ਦੇ ਵਿੱਚ ਕਿਤਾਬਾਂ ਨੂੰ ਜੋੜ ਕੇ ਪੜਿਆ ਤਾਂ ਉਸ ਦੀ ਸਮਝ ਜਿਹੜੀ ਉਹ ਸਾਹਮਣੇ ਆਉਂਦੀ ਹੈ ਕਿ ਮਨੁੱਖ ਨੇ ਪਿਛਲੇ 5-10 ਜਿਹੜੀ ਨੋਨ ਹਿਸਟਰੀ ਹੈ ਉਹਦੇ ਵਿੱਚ ਜਿੰਨਾ ਵਿਕਾਸ ਕੀਤਾ ਹੈ, ਔਰ ਹੁਣ ਜਿਹੜਾ ਵਿਕਾਸ ਜਿਹੜਾ ਹੈਗਾ ਉਹ ਹਿਸਟਰੀ ਦੇ ਅਲੱਗ-ਅਲੱਗ ਪੜਾਅ ਦੱਸ ਕੇ ਆਉਣ ਵਾਲਾ ਜਿਹੜਾ ਸਮਾਂ ਜਿਹੜਾ ਹੈ ਉਹ ਐਲਗੋਰਿਦਮਸ ਦੀ ਡੋਮੀਨੈਂਸ ਦਾ ਸਮਾਂ। ਜਿਸ ਬੰਦੇ ਕੋ ਮੈਟਾ ਡਾਟਾ ਹੈ ਔਰ ਮੈਟਾ ਡਾਟਾ ਦੇ ਐਨਾਲਿਸਿਸ ਦੀ ਕੈਪੈਸਿਟੀ ਹੈ, ਔਰ ਉਸ ਕੈਪੈਸਿਟੀ ਨੂੰ, ਉਹਦੀਆਂ ਰਿਡਲਸ ਨੂੰ, ਉਸਦੀਆਂ ਗੁੰਝਲਾਂ ਨੂੰ ਸੋਲਵ ਕਰਨ ਦਾ ਐਲਗੋਰਿਦਮ ਹੈ, ਉਹ ਡੋਮੀਨੈਂਟ ਹੋਏਗਾ। ਜਿੱਦਾਂ ਕੈਪੀਟਲਿਜ਼ਮ ਦੇ ਵਿੱਚ ਕੈਪੀਟਲਿਸਟ ਉਹ ਸੀਗਾ ਜਿਹਦੇ ਕੋਲ ਜ਼ਮੀਨ ਸੀਗੀ, ਪੈਸਾ ਸੀਗਾ ਔਰ ਵਿਜ਼ਨ ਸੀਗਾ, ਐਂਟਰਪ੍ਰੀਨਿਓਰ ਮਾਈਂਡ ਸੀਗਾ, ਜਮਾ ਕਰਦਾ ਸੀਗਾ, ਇਨਵੈਸਟ ਕਰਦਾ ਸੀਗਾ। ਜਿਹੜਾ ਕਿਰਤੀ ਜਿਹੜੀ ਸੀਗੀ ਉਹ ਮੈਕਸਿਮਮ ਪ੍ਰੋਫਿਟ ਗੇਨ ਕਰਨ ਵਾਸਤੇ ਜਿਹੜਾ ਕਿਰਤ ਜਿਹੜੀ ਸੀਗੀ ਉਸ ਦਾ ਸ਼ੋਸ਼ਣ ਕਰਦਾ ਸੀ। ਇਹ ਕੈਪੀਟਲਿਜ਼ਮ ਹੈ। ਆਉਣ ਵਾਲਾ ਸਮਾਂ ਜਿਹੜਾ ਰੀਅਲ ਕੈਪੀਟਲ ਆ ਉਹ ਐਲਗੋਰਿਦਮ ਦੀ ਜਿਹੜੀ ਡੋਮੀਨੈਂਸ ਆ, ਪਾਵਰ, ਜਿਹਦੇ ਕੋ ਡਾਟਾ ਦੀ ਪਾਵਰ ਹੋਏਗੀ ਉਹ ਹੀ ਪਾਵਰਫੁਲ ਆ। ਜਿਹੜਾ ਹੁਣ ਸਮਾਂ ਜਿਹੜਾ ਹੈਗਾ ਐਕਸਪਲੋਇਟੇਸ਼ਨ ਦਾ ਸਮਾਂ ਨਹੀਂ ਹੈ। ਜਿੱਦਾਂ ਕੈਪੀਟਲਿਜ਼ਮ ਦੇ ਵਿੱਚ ਐਕਸਪਲੋਇਟੇਸ਼ਨ ਦੀ ਹੁੰਦੀ, ਐਕਸਪਲੋਇਟੇਸ਼ਨ ਹੋਣੀ। ਹੁਣ ਬਹੁਤ ਸਾਰਾ ਸਮਾਂ ਇਰਰੈਲੇਵੈਂਸ ਦਾ, ਚੀਜ਼ਾਂ ਇਰਰੈਲੇਵੈਂਟ, ਅਪ੍ਰਸੰਗਿਕ ਹੋ ਜਾਣਗੀਆਂ। ਜਿੱਦਾਂ ਮੈਂ ਤੁਹਾਨੂੰ ਐਗਜ਼ਾਮਪਲ ਦੱਸ, 18ਵੀਂ-19ਵੀਂ ਸਦੀ ਦੇ ਵਿੱਚ ਕਾਠ ਜਿਹੜਾ ਸੀਗਾ, ਘੋੜਾ ਚਲਾਉਣ ਵਾਲੀ ਰੇੜਾ ਜਿਹੜਾ ਸੀਗਾ ਉਹਨੂੰ ਕਾਠ ਕਹਿੰਦੇ। ਹੌਲੀ ਹੌਲੀ ਜਦੋਂ ਉਸਨੇ ਆਟੋਮੋਟਿਵ ਇੰਜਨ ਨੇ ਪਲੇਸ ਕੀਤਾ, ਕਾਰ ਆ ਗਈ, ਟੀ ਕੱਟਿਆ ਗਿਆ। ਉਹ ਇੱਕ ਗੱਲ ਹੋਈ, ਜਿਹੜਾ ਘੋੜਾ ਖਿੱਚਣ ਵਾਲਾ ਸੀਗਾ ਕਾਠ ਨੂੰ, ਉਹ ਇਰਰੈਲੇਵੈਂਟ ਹੋ ਗਿਆ। ਦਿਸ ਡਿਵਾਈਸ ਜਿਹੜੀ ਸਾਡੇ ਸਾਹਮਣੇ ਪਈ ਹੈ ਮੋਬਾਈਲ, ਇਸਨੇ ਬਹੁਤ ਸਾਰੀਆਂ ਚੀਜ਼ਾਂ ਇਰਰੈਲੇਵੈਂਟ ਕਰ, ਕੈਮਰਾ ਇਰਰੈਲੇਵੈਂਟ ਕਰਤਾ, ਘੜੀ ਇਰਰੈਲੇਵੈਂਟ ਕਰ ਦਿੱਤੀ, ਕੈਲਕੂਲੇਟਰ ਇਰਰੈਲੇਵੈਂਟ ਕਰ ਦਿੱਤਾ, ਪੇਜਰ ਉਹ ਇਰਰੈਲੇਵੈਂਟ ਕਰਤਾ, ਸਭ ਕੁਝ, ਕਿੰਨਾ ਕੁਝ ਇਰਰੈਲੇਵੈਂਟ ਕਰ ਦਿੱਤਾ। ਪਹਿਲਾਂ ਮੈਂ ਦੇਖਦੇ ਸੀ ਏਡੇ ਵੱਡੇ ਕੈਮਰੇ ਲੈ ਕੇ ਲੋਕੀ ਚੱਲਦੇ ਹੁੰਦੇ ਸੀ, ਹੁਣ ਦੇਖੋ ਤੁਹਾਡੇ ਸਾਹਮਣੇ ਕਿੰਨਾ। ਇਹ ਜਿਹੜੀ ਟੈਕਨੋਲੋਜੀ ਦੀ ਐਡਵਾਂਸਮੈਂਟ, ਉਹ ਕਹਿੰਦਾ ਇਹ ਇੰਨੀ ਹਾਵੀ ਹੋ ਜਾਣੀ ਹੈਗੀ ਹੈ ਕਿ ਬੰਦੇ ਦੀ ਜਿਹੜੀ ਬੇਸਿਕ ਬੰਦਾ ਜਿਹੜਾ ਨਾ ਉਹਦੇ ਚ ਇਰਰੈਲੇਵੈਂਟਸ ਦਾ ਬਹੁਤ ਜ਼ਿਆਦਾ ਦਖਲਅੰਦਾਜ਼ੀ ਹੋ ਜਾਣੀ ਹੈ। ਡਾਕਟਰ ਸਾਹਿਬ, ਮੇਰਾ ਇਹ ਤੁਹਾਨੂੰ ਸਵਾਲ ਨਹੀਂ ਹੈਗਾ, ਮੇਰਾ ਇਹ ਆਪਣਾ ਵਿਚਾਰ ਹੈ ਕਿ ਜਿਹੜੀ ਆਪਣੀ ਗੱਲ ਚੋਂ ਗੱਲ ਨਿਕਲਦੀ ਉਹਦੇ ਵਿੱਚ ਗੱਲ ਜਾਂਦੀ ਹੈ। ਜਿੱਦਾਂ 1947 ਦੇ ਵਿੱਚ ਕਿੰਨੇ ਵੱਡੇ ਪੱਧਰ ਤੇ ਪ੍ਰਵਾਸ ਹੋਇਆ, ਦੇਸ਼ ਤੋਂ ਦੂਜੇ ਦੇਸ਼ ਦਾ ਵੱਡ ਟੁੱਕ ਹੋਈ। ਫਿਰ 1984 ਚ ਵੀ ਪ੍ਰਵਾਸ ਹੋਇਆ ਜਦੋਂ ਪੰਜਾਬ ਤੇ ਕਾਲੀਆਂ ਹਨੇਰੀਆਂ ਝੁੱਲੀਆਂ, ਤੇ ਹੁਣ ਜਿਹੜਾ ਕਰੋਨਾ ਮਹਾਮਾਰੀ ਆਈ, ਇੱਥੇ ਵੀ ਪ੍ਰਵਾਸ ਹੋਇਆ। ਹੁਣ ਇਹ ਤਿੰਨੇ ਪ੍ਰਵਾਸ ਜਿਹੜੇ ਆ ਇੱਕ ਦੂਜੇ ਨਾਲ ਕਿਤੇ ਨਾ ਕਿਤੇ ਮੇਲ ਖਾਂਦੇ, ਜੁੜਦੇ ਆ। ਤੇ ਜਿਹਦੇ ਕੋਲ ਵਿਜ਼ਨ ਹੈ ਉਹ ਅਤੀਤ ਦਾ ਤੇ ਭਵਿੱਖ ਦਾ, ਕੋਈ ਫਿਲਾਸਫਰ ਇਹਨੂੰ ਲਿਖੇਗਾ ਤੇ ਸੁਭਾਵਕ ਆ ਕਿ ਉਹ ਜਿਹਦੇ ਕੋਲ ਅਤੀਤ ਤੇ ਭਵਿੱਖ ਦਾ ਵਿਜ਼ਨ ਆ ਉਹ ਵੀ ਕੱਲ ਨੂੰ ਇਤਿਹਾਸ ਬਣ ਸਕਦਾ। ਕੱਲ ਨੂੰ ਜੇ ਕੋਈ ਆਪਣਾ ਸਾਹਿਤਕਾਰ ਇਹ ਕਿਤਾਬ ਲਿਖਦਾ। ਤੁਸੀਂ ਬਹੁਤ ਸਾਰੇ ਕਿਤਾਬਾਂ ਲਿਖੀਆਂ ਜਿਹਦੇ ਚ ਨਾਵਲ ਹੈ, ਫਿਲਾਸਫੀ ਦੀਆਂ ਕਿਤਾਬਾਂ ਨੇ, ਨਿਰਵਾਣ ਦੀ ਤੁਹਾਡੇ ਨਾਵਲ ਨਿਰਵਾਣ, ਉਹਨਾਂ ਨੂੰ ਸਾਹਿਤ ਅਕਾਡਮੀ ਦਾ ਪੁਰਸਕਾਰ। ਇੱਥੇ ਸਵਾਲ ਹੁੰਦਾ ਵੀ ਤੁਸੀਂ ਲਗਾਤਾਰ ਲਿਖ ਰਹੇ ਆ, ਕਵਿਤਾ ਵੀ ਲਿਖ ਰਹੇ ਆ, ਨਾਵਲ ਵੀ ਲਿਖ ਰਹੇ ਆ ਤੇ ਚਿੰਤਨ ਦੀਆਂ ਕਿਤਾਬਾਂ ਵੀ ਲਿਖ ਰਹੇ ਆ। ਤੁਹਾਡੇ ਬਹੁਤ ਲੇਖ ਜਿਹੜੇ ਬਹੁਤ ਸਾਰੇ ਗੰਭੀਰ ਲੇਖ ਹੁੰਦੇ ਆ। ਇਹ ਮੇਰਾ ਸਵਾਲ ਇਹ ਹੈ ਤੇ ਸਾਡੇ ਦਰਸ਼ਕ ਵੀ ਜਾਣਨਾ ਚਾਹੁੰਦੇ, ਮੇਰੇ ਅੰਦਰ ਵੀ ਇਹ ਸਵਾਲ ਪੈਦਾ ਹੁੰਦਾ ਕਿ ਇਹ ਜਿਹੜੀ ਲਗਾਤਾਰਤਾ, ਇਹ ਨਿਰੰਤਰਤਾ ਜਿਹੜੀ ਆ, ਪੈਰਲਲ ਜਿਹੜਾ
ਇਹ ਕਿਵੇਂ ਚੱਲ ਰਿਹਾ ਸਾਰਾ ਕੁਝ ਕਿ ਤੁਹਾਡੀ ਅੱਗ ਆ ਤੁਹਾਨੂੰ ਲਈ ਫਿਰਦੀ ਆ, ਤੁਹਾਨੂੰ ਟਿਕਣ ਨਹੀਂ ਦਿੰਦੀ, ਤੁਹਾਡਾ ਅੰਦਰਲਾ ਜਿਹੜਾ ਚਿੰਤਨਸ਼ੀਲ ਮਨੁੱਖ ਆ ਕਿ ਉਹ ਸਾਰਾ ਕੁਝ ਕਰ ਰਿਹਾ, ਇਹਦੇ ਬਾਰੇ ਜਾਣਕਾਰੀ। ਗੱਲ ਇਹ ਹੈ ਕਿ ਜਿਹੜੀ ਖਾਲਿਸ਼ ਹੈ, ਜਿਹੜੀ ਅੰਦਰ ਜਗਿਆਸਾ ਪਈ ਹੈ ਜਾਣਨ ਦੀ, ਉਹ ਮਨੁੱਖ ਦੀ ਅੰਤਹੀਨ। ਕਿਸੇ ਨੇ ਬੜਾ ਮਾਕੂਲ ਤਰੀਕੇ ਨਾਲ ਕਿਹਾ ਕਿ ਇੱਕ ਕਿਤਾਬ ਤੋਂ ਪੜ੍ਹਨ ਤੋਂ ਬਾਅਦ ਬੰਦਾ ਦੂਸਰੀ ਕਿਤਾਬ ਪੜ੍ਹਨ ਦੀਆਂ ਸੰਭਾਵਨਾਵਾਂ ਪੈਦਾ ਹੋ ਜਾਂਦੀਆਂ, ਕਿਉਂਕਿ ਇੱਕ ਕਿਤਾਬ ਤੁਹਾਡੇ ਮਨ 'ਚ ਬਹੁਤ ਸਾਰੇ ਖਦਸ਼ੇ, ਖਲਿਸ਼, ਸ਼ੰਕੇ, ਜਗਿਆਸਾਵਾਂ ਪੈਦਾ ਕਰ ਜਾਂਦੀ ਹੈ। ਮੈਂ ਜਦੋਂ ਪੜ੍ਹਿਆ ਜਵਾਹਰ ਲੋਹਾਰ ਆ ਰਿਹਾ, ਸਾਈਮਲਟੇਨੀਅਸਲੀ ਮੈਂ ਸਟੀਫਨ ਹਾਕਿੰਸ ਪੜ੍ਹ ਰਿਹਾ ਸੀਗਾ। ਉਹਨਾਂ ਦਿਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਜਿਹੜੀ ਸ਼ਤਾਬਦੀ ਆਈ ਹੁਣ ਤੇ 500 ਵਰ੍ਹਾ ਜਦੋਂ ਆਇਆ, ਮੈਂ ਸੋਚਿਆ ਕਿ ਜਪਜੀ ਸਾਹਿਬ ਦੇ ਵਿੱਚ ਬ੍ਰਹਿਮੰਡ ਦੀ ਇੰਨੀ ਵੱਡੀ ਗੱਲ ਹੋਈ ਹੈ, ਸਾਇੰਸ ਦੇ ਵਿੱਚ ਕਿੱਦਾਂ ਦੀ ਗੱਲ ਹੋਈ। ਮੈਂ ਕੋਸ਼ਿਸ਼ ਕੀਤੀ ਕਿ ਸਟੀਫਨ ਹਾਕਿੰਸ ਦੀ ਕਿਤਾਬ ਪੜ੍ਹਦਾ, ਦ ਥਿਊਰੀ ਆਫ ਐਵਰੀਥਿੰਗ। ਉਸਨੇ ਮੈਨੂੰ ਬਹੁਤ ਨਵੇਂ ਜਾਵੀਏ ਦਿੱਤੇ। ਸਾਇੰਸ ਕਿਤਾਬ ਹੈ। ਫਿਰ ਫਿਟਸ ਕਾਪਰਾ ਦੀ ਸਟਿੰਗ ਥਿਊਰੀ, ਉਹ ਮੈਂ ਪੜ੍ਹੀ ਤੇ ਮੈਂ ਦੋਨਾਂ ਨੂੰ ਨਾਲ ਜੋੜ ਕੇ ਦੇਖਿਆ, ਮੈਨੂੰ ਗੁਰੂ ਨਾਨਕ ਸਾਹਿਬ ਹੋਰ ਜ਼ਿਆਦਾ ਸਮਝ ਆਇਆ। ਇੱਕ ਐਂਡਲੈਸ ਡਿਜ਼ਾਇਰ ਹੈ ਬੰਦੇ, ਡਿਜ਼ਾਇਰ ਨਹੀਂ, ਮੈਂ ਖਾਲੀ ਜਗਿਆਸਾ ਕਹਿਣਾ ਹੈਗਾ। ਇਹ ਤੁਹਾਨੂੰ ਆਪਣੇ ਆਪ ਨੂੰ ਸਮਝਣ ਦੀ ਜਿਹੜੀਆਂ ਅਬੁਝ ਰਿਡਲਸ ਨੇ, ਬੁਝਾਰਤਾਵਾਂ ਨੇ ਤੁਹਾਡੇ ਅੰਦਰ ਪਈਆਂ। ਦੇਖੋ, ਤੁਹਾਨੂੰ ਹੋਰ ਕਿਸੇ ਨੇ ਆਨਸਰ ਨਹੀਂ ਦੇਣੇ ਹੈਗੇ, ਆਨਸਰ ਤਾਂ ਤੁਸੀਂ ਲੱਭਣੇ ਨੇ। ਜਿੱਦਾਂ ਬੁੱਧ ਕਹਿੰਦੇ ਨੇ ਅਪ ਦੀਪੋ ਭਵੋ, ਤੁਸੀਂ ਆਪਣਾ ਦੀਵਾ ਆਪ ਬਾਲਣਾ, ਕਿਸੇ ਨੇ ਨਹੀਂ ਬਾਲ ਕੇ ਦੇਣਾ। ਤੇ ਕਿਤਾਬਾਂ ਸਭ ਤੋਂ ਵੱਡਾ ਦੀਵਾ ਗਿਆਨ ਹੈ ਔਰ ਉਹਦਾ ਮਾਧਿਅਮ ਕਿਤਾਬਾਂ ਨੇ। ਜਿਹੜੀ ਤੁਸੀਂ ਗੱਲ ਆਖੀ ਹਿਸਟਰੀ, ਹੈਰੋਡੋਟਸ ਤੋਂ ਇਹ ਜਿਹੜਾ ਸ਼ੁਰੂ ਹੋਇਆ ਇਹ ਯਾਨਰ ਕਿ ਇਤਿਹਾਸ ਜਿਹੜਾ ਹੈ ਕੋਈ ਫਿਕਸ ਯਾਨਰ ਨਹੀਂ ਹੈ। ਇਤਿਹਾਸ ਨੂੰ ਕਈ ਤਰੀਕੇ ਨਾਲ ਲਿਖਿਆ। ਕਈ ਲੋਕ ਕਹਿੰਦੇ ਨੇ ਕਿ ਜਿਹੜਾ ਇਤਿਹਾਸਕਾਰ ਹੈ ਉਹਦੀ ਹੀ ਦ੍ਰਿਸ਼ਟੀ ਹੁੰਦੀ ਆ ਉਹ ਇਤਿਹਾਸ। ਕੁਝ ਲੋਕ ਕਹਿੰਦੇ ਨੇ ਕਿ ਫੈਕਟਸ ਦੀ ਐਨਾਲਿਸਿਸ ਹੀ ਇਤਿਹਾਸ ਹੁੰਦਾ। ਪਰ ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ, ਇਹਦੀ ਕੋਈ ਪਰਿਭਾਸ਼ਾ ਚ ਨਹੀਂ ਬੰਨਿਆ ਜਾ ਸਕਦਾ। ਪਰ ਵਾਪਰਿਆ ਤਾਂ ਹੈ, ਜਿਹੜਾ ਅਤੀਤ ਵਿੱਚ ਪਿਆ ਸੱਚ ਤੱਥ ਪਏ ਨੇ, ਉਹਨਾਂ ਤੱਕ ਤਾਂ ਜਾਣਾ ਪਏਗਾ ਨਾ ਤੁਹਾਨੂੰ। ਸਪੋਜ਼ ਵਰਲਡ ਦਾ ਤੁਸੀਂ ਦੇਖਦੇ ਜੇ, ਹੁਣ ਮੈਂ ਉਰਵਿਸ਼ ਬਟਾਲੀਆ ਦੀ ਕਿਤਾਬ ਪੜ੍ਹੀ ਸੀਗੀ, ਸਾਇਲੈਂਸ ਆਫ ਅਦਰ ਸਾਈਡਸ। ਉਹਦੇ ਵਿੱਚ ਉਹ ਕਹਿੰਦਾ ਕਿ ਪੰਜਾਬੀ ਚ ਇਸ ਕਰਕੇ ਵਧੀਆ ਨਹੀਂ ਲਿਖਿਆ ਗਿਆ ਕਿਉਂਕਿ ਅੰਦਰ ਇੱਕ ਗਿਲਟ ਦੀ ਭਾਵਨਾ ਸੀ। ਹਰ ਬੰਦਾ ਆਪਣੇ ਆਪ ਨੂੰ ਗਿਲਟੀ ਮਹਿਸੂਸ ਕਰਦਾ ਸੀਗਾ। ਔਰ ਕਿਸੇ ਨੇ ਇੱਕ ਪ੍ਰਿਯ ਵੰਦ ਦੀ ਕਿਤਾਬ ਆਈ ਸੀ ਇਤਿਹਾਸ ਬਾਰੇ, ਉਹ ਕਹਿੰਦਾ ਵੰਡ ਕੋਈ ਨਹੀਂ ਸੀ ਚਾਹੁੰਦਾ ਪਰ ਹੋ ਗਈ। ਤੁਸੀਂ ਆਰਟੀਕਲ ਛਾਪਿਆ, ਅੱਖਰ ਦੇ ਵਿੱਚ ਛਾਪਿਆ ਸੀ, ਵੰਡ ਕੋਈ ਨਹੀਂ ਸੀ ਚਾਹੁੰਦਾ ਪਰ ਵੰਡ ਹੋ ਗਈ। ਇਸੇ ਤਰ੍ਹਾਂ ਹੀ ਹਰ ਬੰਦਾ ਹੈਰਾਨ ਸੀ ਕਿ ਯਾਰ ਮੈਂ ਤੇ ਚਾਹੁੰਦਾ ਹੀ ਨਹੀਂ ਸੀ। ਸਭ ਲੋਕ ਚਾਹੁੰਦੇ ਸੀ ਹੱਲਾ ਹੁੱਲਾ ਹੋ ਜਾਏਗਾ ਫਿਰ ਘਰਾਂ ਨੂੰ ਪਰਤਾਵਾਂਗੇ, ਪਰ ਕੋਈ ਨਹੀਂ ਪਰਤਿਆ। ਪਰ ਉਹ ਹੁਣ ਦੇਖੋ ਜਨਰੇਸ਼ਨ ਜਦੋਂ ਜਿਨ੍ਹਾਂ ਨੇ ਭੋਗਿਆ ਉਹ ਅੰਦਰੋਂ ਡਰੇ ਹੋਏ ਸੀਗੇ, ਉਹਨਾਂ ਅੰਦਰ ਗਿਲਟ ਸੀਗਾ ਕਿ ਮੈਂ ਉਹ ਤੱਥ ਦੇ ਸਾਹਮਣੇ ਨਹੀਂ ਜਾਣਾ ਚਾਹੁੰਦਾ। ਪਰ ਹੁਣ ਨਵੇਂ ਰੂਪ ਦੇ ਵਿੱਚ ਜਿੱਦਾਂ ਇੱਕ ਸਾਵਲ ਧਾਮੀ ਨਾਮ ਦਾ, ਉਹ ਇੰਟਰਵਿਊ ਕਰਕੇ ਜਿਹੜੇ ਬਚੇ ਹੋਏ ਲੋਕ ਨੇ ਉਹਨਾਂ ਤੱਕ ਪਹੁੰਚ ਰਹੇ ਨੇ। ਤਾਂ ਇਹ ਜਿਹੜੀ ਪ੍ਰਮਾਣਿਕਤਾ ਜਿਹੜੀ ਸਾਹਮਣੇ ਆਏਗੀ, ਨਵੇਂ ਰੂਪ 'ਚ ਇਤਿਹਾਸ ਲਿਖਿਆ ਜਾਏਗਾ ਜਿਹਦੇ 'ਚ ਨਾ ਰੁਦਨ ਹੋਵੇਗਾ ਨਾ ਦੁੱਖ ਹੋਵੇਗਾ, ਪਰ ਸੱਚ ਤੱਕ ਪਹੁੰਚਣ ਦੀ ਜਿਗਿਆਸਾ ਖਾਲਿਸ਼ ਜ਼ਰੂਰ ਹੋਏਗੀ। ਕੀ ਹੋਇਆ, ਵਾਟ ਹੈ ਪੋਲੀਟੀਕਲ ਹਿਸਟਰੀ 'ਚ ਕੀ ਵਾਪਰਿਆ, ਉਸ ਵੇਲੇ ਦੇ ਨੇਤਾਵਾਂ ਨੂੰ ਕੀ ਸਮੱਸਿਆ ਹੋ ਗਈ ਸੀ ਕਿ ਕੋਈ ਵੀ ਨਹੀਂ ਸੀ ਚਾਹੁੰਦਾ। ਈਵਨ ਲੋਕੀ ਕਹਿੰਦੇ ਨੇ, ਇਤਿਹਾਸਕਾਰ ਕਹਿੰਦੇ ਨੇ ਕਿ ਈਵਨ ਮੁਸਲਿਮ ਲੀਗ ਨਹੀਂ ਸੀ ਚਾਹੁੰਦੀ ਕਿ ਵੰਡ ਹੋਵੇ। ਜਦੋਂ ਬੰਦਾ ਕਵਿਤਾ ਦਾ ਸਫ਼ਰ ਸ਼ੁਰੂ ਕਰਦਾ, ਜਿਸ ਤਰ੍ਹਾਂ ਤੁਸੀਂ ਆਪਣੇ ਯੂਨੀਵਰਸਿਟੀ ਦੇ ਸਫ਼ਰ ਦੀ ਗੱਲ ਕੀਤੀ, ਜਿਹੜੇ ਮੈਂ ਤੋਂ ਤੂੰ ਤੱਕ ਦਾ ਸਫ਼ਰ ਬਹੁਤ ਸੂਖਮ ਸਫ਼ਰ ਆ ਤੇ ਤੰਦ ਵੀ ਬੜੀ ਬਰੀਕ ਆ। ਤੇ ਕੋਈ ਨਾ ਕੋਈ ਤੁਹਾਡੀ ਉਂਗਲ ਫੜ ਕੇ ਨਾ, ਤੁਸੀਂ ਕਦਮ ਤਾਂ ਪੁੱਟਦੇ, ਉਂਗਲ ਫੜ ਕੇ ਤੁਹਾਨੂੰ ਕੋਈ ਕਵਿਤਾ ਤੱਕ ਲੈ ਕੇ ਜਾਂਦਾ, ਕੋਈ ਸੁਪਨਾ, ਕੋਈ ਪਿਆਰ, ਮਤਲਬ ਕੋਈ ਉਹ ਪਲ ਸਾਂਝਾ ਕਰਨਾ ਚਾਹੋਗੇ ਜਦੋਂ ਮੈਂ ਖਤਮ ਹੋ ਗਿਆ ਹੋਵੇ। ਕਵਿਤਾ ਦਾ ਵੀ ਉਦਾਂ ਹੀ ਵਿਕਾਸ ਹੁੰਦਾ ਜਿੱਦਾਂ ਬੰਦੇ ਦੀ ਭਾਵਨਾਵਾਂ ਦਾ ਵਿਕਾਸ ਹੁੰਦਾ। ਜੀਵਨ ਦੇ ਮੂਲ ਸਰੋਕਾਰ ਨੇ, ਮੂਲ ਰੰਗ ਜਿਹੜੇ ਨੇ, ਪ੍ਰੇਮ ਜਿਹੜਾ ਬਹੁਤ ਡੋਮੀਨੈਂਟ ਪ੍ਰਬਲ ਰੂਪ, ਇਹ ਤੁਹਾਡੇ ਜੀਵਨ 'ਚ ਬਹੁਤ ਪ੍ਰਭਾਵ ਪਾਉਂਦਾ ਤੇ ਇਹਦਾ ਅਸਰ ਪੈਂਦਾ ਹੈਗਾ। ਲਿਟਰੇਚਰ ਕਿਉਂਕਿ ਸੌਫਟ ਸਕਿੱਲਸ ਹੈ, ਜਿਹੜੇ ਆ ਲਿਟਰੇਚਰ ਹੈ ਇਹ ਬੜੀ ਸੂਖਮ ਭਾਵਨਾਵਾਂ ਨਾਲ ਜਿਹੜਾ ਉਹਦਾ ਵਰਤਾਰਾ, ਮੁਹੱਬਤ ਤੋਂ ਸੂਖਮ ਕੋਈ ਹੋਰ ਵਰਤਾਰਾ ਨਹੀਂ ਹੋ ਸਕਦਾ। ਉਹਦੇ ਮੁੱਢਲੇ ਜਿਹੜੀਆਂ ਕਵਿਤਾਵਾਂ ਹੁੰਦੀਆਂ ਨੇ ਉਹਦੇ ਤੇ ਉਸ ਦੀ ਪ੍ਰੇਮ ਔਰ ਮੁਹੱਬਤ ਦਾ ਅਸਰ ਹੁੰਦਾ। ਬਾਅਦ ਹੌਲੀ ਹੌਲੀ ਤਾਂ ਬਹੁਤ ਕੁਝ ਵਿਜ਼ਨ ਡਿਵੈਲਪ ਹੁੰਦਾ। ਇਗਨੀਸ਼ਨ ਜਿਹਨੂੰ ਕਹਿੰਦੇ ਆ ਨਾ, ਇਨਰਸ਼ੀਆ ਜਿਹੜਾ ਹੈ, ਉਹ ਮੈਨੂੰ ਲੱਗਦਾ ਕਿ ਪ੍ਰੇਮ ਹੀ ਜਿਹੜੀ ਹੈ ਉਹ ਤੁਹਾਨੂੰ ਚਿਣਗ ਲਗਾਉਂਦਾ ਹੈ। ਫਿਰ ਤੁਹਾਡੇ ਅੰਦਰੋਂ ਕੁਝ ਫੁੱਲ ਕਮਲ ਖਿਲਣ ਲੱਗਦਾ ਹੈ ਔਰ ਉਹ ਫਿਰ ਕਮਲ ਜਦੋਂ ਖਿਲਦਾ ਹੈ ਤੇ ਫਿਰ ਤੁਹਾਨੂੰ ਬ੍ਰਹਮ ਦੇ ਦਰਸ਼ਨ ਹੁੰਦੇ ਨੇ ਔਰ ਫਿਰ ਤੁਸੀਂ ਸਾਰਾ ਜੀਵਨ ਇਸ ਤਰ੍ਹਾਂ ਲੰਘ। ਜਦੋਂ ਕਮਲ ਖਿਲਿਆ, ਉਸ ਫੁੱਲ ਦੀ ਜਿਹੜੀ ਮਹਿਕ ਸੀਗੀ ਕਿੰਨੀ ਕੁ ਦੇਰ ਨਾਲ ਰਹੀ? ਉਹ ਤਾਂ ਹਮੇਸ਼ਾ ਰਹਿੰਦੀ। ਠੀਕ ਹੈ, ਤੁਸੀਂ ਯੂ ਕਾਂਟ ਫੋਰਗੇਟ।
ਡਾਕਟਰ ਸਾਹਿਬ ਇੱਕ ਗੱਲ ਹੋਰ, ਤੁਸੀਂ ਵੱਖ-ਵੱਖ ਦੇਸ਼ਾਂ ਦੇ ਬਹੁਤ ਸਫ਼ਰ ਤੈਅ ਕੀਤੇ, ਪੁਲਿਸ ਦੇ ਵੱਡੇ ਅਧਿਕਾਰੀ ਆ, ਦੂਜੇ ਦੇਸ਼ ਅੰਬੈਸਡਰ ਬਣ ਕੇ ਵੀ ਗਏ, ਵੱਖ-ਵੱਖ ਦੇਸ਼ਾਂ ਦੇ ਵਿੱਚ ਕਾਨਫਰੰਸਾਂ ਅਟੈਂਡ ਕੀਤੀਆਂ, ਪੁਲਿਸ ਦੇ ਮਹਿਕਮੇ ਵਿੱਚ ਵੱਖ-ਵੱਖ ਲੋਕਾਂ ਨੂੰ ਮਿਲੇ। ਕੋਈ ਐਸੀ ਘਟਨਾ ਸਾਂਝੀ ਕਰਨੀ ਚਾਹੋਗੇ ਜਿਹਨੂੰ ਯਾਦ ਕਰਕੇ ਤੁਸੀਂ ਅੱਜ ਵੀ ਠਰ ਜਾਂਦੇ ਹੋ, ਜਾਂ ਫਿਰ ਕੋਈ ਐਸੀ ਯਾਦ, ਐਸੀ ਘਟਨਾ ਜਿਹਨੂੰ ਦੇਖ ਕੇ, ਯਾਦ ਕਰਕੇ ਤੁਹਾਡੇ ਅੰਦਰ ਤਰਬਕ ਪੈਦਾ ਹੋ ਜਾਂਦੀ, ਡਰ ਜਾਂਦੇ ਆ, ਪਰੇਸ਼ਾਨ ਹੋ ਜਾਂਦੇ ਆ ਇੱਕਦਮ? ਕੋਈ ਐਸੀ ਗੱਲ, ਕੋਈ ਘਟਨਾ ਸਾਡੇ ਨਾਲ ਸਾਂਝੀ ਕਰੋ। ਕਈ ਕੁਝ ਹੋਇਆ, ਮੈਂ ਤੁਹਾਨੂੰ ਦੱਸਦਾ। ਇੱਕ ਮੇਰੀ ਬਹੁਤ ਘਟਨਾ ਹੋਈ ਕਿ ਮੈਂ ਐਸਪੀ ਧਨਬਾਦ ਸੀਗਾ ਤੇ ਇੱਕ ਰਾਤ ਜ਼ਿਲ੍ਹਾ ਸੀਗਾ ਜਹਾਨਾਬਾਦ, ਉੱਥੇ ਬਹੁਤ ਸਾਰੇ ਲਗਭਗ 70-80 ਦਲਿਤਾਂ ਦੀ ਹੱਤਿਆ ਹੋ ਗਈ। ਮੇਰੀ ਬਦਲੀ ਦੂਜੇ ਜ਼ਿਲ੍ਹੇ ਚ, ਉਸ ਜ਼ਿਲ੍ਹੇ ਚ ਕਰ ਦਿੱਤੀ ਕਿ ਤੁਸੀਂ ਇਹਨੂੰ ਮੈਂ ਦੇਖਦਾ ਸੀਗਾ। ਉਹ ਮੇਰੇ ਨਾਵਲ ਚ ਉਹਦਾ ਜ਼ਿਕਰ ਹੈ ਨਿਰਵਾਣ ਦੇ ਵਿੱਚ, ਕਿ ਲਾਸ਼ਾਂ ਦੇ ਬਿਲਕੁਲ ਢੇਰ ਲੱਗੇ ਹੋਏ, ਮਤਲਬ 6 ਮਹੀਨੇ ਦੇ ਬੱਚੇ ਤੋਂ ਲੈ ਕੇ 90 ਸਾਲ ਦੇ ਬੁੱਢੇ ਤੱਕ। ਉਹ ਦ੍ਰਿਸ਼ ਨੇ, ਔਰ ਉਸ ਜਿਹੜੀ ਔਰ ਉਹ ਲੋਕਾਂ 'ਚ ਗੁੱਸਾ ਬਹੁਤ ਸੀਗੇ, ਲੋਕਾਂ ਨੂੰ ਠੰਡਿਆ ਕਰਨਾ, ਫਿਰ ਉਹਨਾਂ ਦੀ ਲਾਸ਼ਾਂ ਦਾ ਸੰਸਕਾਰ ਕਰਨਾ, ਫਿਰ ਉਹਨਾਂ ਨੂੰ ਸਾਰਿਆਂ ਨੂੰ ਚੀਜ਼ਾਂ ਨੂੰ ਨਾਰਮਲਾਈਜ਼ ਕਰਨਾ, ਇੱਕ ਬਹੁਤ ਵੱਡਾ ਚੁਣੌਤੀ ਸੀਗੀ, ਪਰ ਹੋ ਗਈ। ਪਰ ਉਸ ਵੇਲੇ ਲੱਗ ਰਿਹਾ ਸੀਗਾ ਕਿ ਮੇਰੇ ਜੀਵਨ ਮੈਂ, ਉਸਨੇ ਮੈਨੂੰ ਬਹੁਤ ਨਾ, ਜਿਹੜੀ ਮੇਰੇ ਜੀਵਨ 'ਚ ਜਿਹੜੀ ਵਾਪਰੀ, ਉਹ ਮੇਰੇ ਪਿਤਾ ਜੀ ਦੀ ਜਾਨ, ਹਰ ਬਾਪ ਦੇ ਜਾਨ ਦਾ ਝਟਕਾ ਲੱਗਦਾ ਹੈ। ਪਰ ਇਮੀਡੀਏਟ ਜਿਹੜਾ ਮੈਨੂੰ ਪਿਛਲੇ ਦਿਨਾਂ 'ਚ ਮੈਂ ਜਿਹੜੀਆਂ ਕਵਿਤਾਵਾਂ ਕਈ ਲਿਖੀਆਂ, ਜਿਹੜੇ ਇਸ ਕਿਤਾਬ 'ਚ ਕਵਿਤਾਵਾਂ ਹੈ ਵੀ ਨੇ, ਇਹ 3-4 ਚੀਜ਼ਾਂ ਜਿਹੜੀਆਂ ਹੁੰਦੀਆਂ ਤੁਹਾਨੂੰ ਯਾਦ ਰਹਿੰਦੀ। ਡਾਕਟਰ ਸਾਹਿਬ, ਆਪਾਂ ਬਹੁਤ ਗੱਲਾਂ ਕੀਤੀਆਂ, ਤੁਹਾਡੇ ਨਾਲ ਗੱਲਬਾਤ ਕਰਨ ਵਾਸਤੇ ਬਹੁਤ ਲੰਬਾ ਸਮਾਂ ਚਾਹੀਦਾ, ਬਹੁਤ ਸਾਰੇ ਸਵਾਲ ਚਾਹੀਦੇ ਆ। ਹੋ ਸਕਦਾ ਕਿ ਮੈਂ ਕੋਈ ਗੱਲ ਪੁੱਛਣੀ ਰਹਿ ਗਿਆ ਹੋਵਾਂ, ਤੇ ਜਿਹੜੀ ਗੱਲ ਤੁਸੀਂ ਦੱਸਣੀ ਚਾਹੁੰਦੇ ਹੋ ਤੇ ਦਰਸ਼ਕ ਵੀ ਜਾਣਨਾ ਚਾਹੁੰਦੇ ਹੋ, ਸਾਡੇ ਪਾਠਕ ਵੀ ਤੁਹਾਡੇ ਸੁਣਨਾ ਚਾਹੁੰਦੇ ਹੋ ਤੁਹਾਡੇ ਕੋਲ, ਯਾਨੀ ਸਵਾਲ ਵੀ ਤੁਹਾਡਾ ਤੇ ਜਵਾਬ ਵੀ ਤੁਹਾਡਾ। ਕ੍ਰੀਏਟਿਵ ਪ੍ਰੋਸੈਸ ਬਾਰੇ ਗੱਲ ਹੋਣੀ ਚਾਹੀਦੀ, ਸਿਰਜਣਾਤਮਕ ਪ੍ਰਕਿਰਿਆ। ਮੈਂ ਅਜੇ ਤੱਕ ਜਿਹੜਾ ਜੀਵਨ ਜਿਸ ਤਰ੍ਹਾਂ ਦਾ ਜੀਵਿਆ, ਮੇਰੀ ਇਹ ਕੋਸ਼ਿਸ਼ ਰਹੀ ਹੈ ਕਿ ਸੱਚਿਆਰਾ ਕਿੱਦਾਂ ਰਿਹਾ। ਦੇਖੋ, ਮੈਂ ਤੁਹਾਡੀਆਂ ਨਜ਼ਰਾਂ ਤੋਂ ਤਾਂ ਬਚ ਸਕਦਾ, ਪਰ ਮੈਂ ਆਪਣੀਆਂ ਨਜ਼ਰਾਂ ਚੋਂ ਨਹੀਂ ਬਚ ਸਕਦਾ। ਮੇਰੀ ਸਿਰਜਣ ਪ੍ਰਕਿਰਿਆ ਦਾ ਮੂਲ ਆਧਾਰ ਹੀ ਹੈ, ਔਰ ਮੈਂ ਇਹ ਮੰਨਦਾ ਹਾਂ ਕਿ ਜੀਵਨ 'ਚ 2 ਤਰ੍ਹਾਂ ਦੇ ਵਿਅਕਤੀ ਹੁੰਦੇ ਨੇ। ਇੱਕ ਪ੍ਰਤਿਭਾਵਾਨ ਵਿਅਕਤੀ, ਜਿਨ੍ਹਾਂ ਨੂੰ ਤੁਰੋਂ ਪ੍ਰਤਿਭਾ ਮਿਲੀ ਹੁੰਦੀ, ਇੱਕ ਕਿਰਤੀ ਲੋਕ ਹੁੰਦੇ, ਮਿਹਨਤੀ, ਜਿਹੜੇ ਲੇਬੋਰੀਅਸ। ਮੈਂ ਕਿਸੇ ਦੂਜੀ ਧਿਰ 'ਚ ਆਉਣਾ, ਕਿਉਂਕਿ ਮੈਂ ਆਪਣੇ ਆਪ ਨੂੰ ਪ੍ਰਤਿਭਾਵਾਨ ਨਹੀਂ ਮੰਨਦਾ, ਪਰ ਮੈਂ ਮਿਹਨਤ ਤੋਂ ਕਦੀ ਨਹੀਂ ਚੱਕ, ਔਰ ਮਿਹਨਤ ਤਾਂ ਹੀ ਕੀਤੀ ਜਾ ਸਕਦੀ ਹੈ। ਇਹ ਜਿਹੜਾ ਲਿਟਰੇਚਰ ਹੈ, ਇਹ ਰੌਲਾ ਨਹੀਂ ਹੈ, ਨਾ ਹੀ ਮੇਲਾ ਹੈ। ਲਿਟਰੇਚਰ ਸਵੈ ਸਾਧਨਾ ਹੈ, ਔਰ ਸਵੈ ਸਾਧਨਾ ਵਾਸਤੇ ਆਸਣ ਲਾਉਣਾ ਬਹੁਤ ਜ਼ਰੂਰੀ, ਔਰ ਉਹ ਆਸਣ ਜਿਹੜਾ ਇਕਲਤਾ ਝੋਰੇ 'ਚ ਵੜ ਕੇ ਕੰਮ ਕਰਨਾ, ਔਰ ਕੰਮ ਕਰਕੇ ਪਹਿਲਾਂ ਆਪਣੇ ਆਪ ਨੂੰ, ਜਦੋਂ ਤੁਹਾਨੂੰ ਆਨੰਦ ਆਉਣਾ, ਜਿੰਨੀ ਦੇਰ ਤੱਕ ਤੁਹਾਨੂੰ ਨਹੀਂ ਆਨੰਦ ਆ ਰਿਹਾ ਹੈਗਾ, ਉਹ ਦੂਜੇ ਨੂੰ ਨਹੀਂ ਆਏਗਾ। ਉਹ ਜਦੋਂ ਤੁਸੀਂ ਕੋਈ ਚੀਜ਼ ਦੇਖਦੇ, ਜਦੋਂ ਤੁਸੀਂ ਆਪਣੇ ਆਪ ਨੂੰ ਵਾਹ ਕਹਿ ਦਿੰਦੇ ਤੇ ਨਾ, ਤੇ ਉਹ ਕਵਿਤਾ ਨੂੰ ਉਸਨੇ ਦੂਜੇ ਨੇ ਵਾਹ ਕਹਿਣਾ ਹੀ ਕਹਿਣਾ। ਮੇਰਾ ਇਹ ਮੰਨਣਾ ਹੈ ਕਿ ਲਿਟਰੇਚਰ ਦੇ ਵਿੱਚ ਕੋਈ ਸ਼ਾਰਟਕਟਸ ਨਹੀਂ, ਇਹ ਕੜੀ ਸਖਤ ਮਿਹਨਤ ਔਰ ਸਾਧਨਾ ਦਾ ਕੰਮ। ਇਹ ਸ਼ਬਦ ਸਾਧਨਾ ਨੂੰ ਇਹ ਸ਼ਬਦ ਦਾ ਜਿਹੜਾ ਗੇੜਾ ਹੈ ਨਾ, ਬੜਾ ਔਖਾ ਗੇੜਾ ਹੈ। ਸ਼ਬਦ ਦਾ ਪਾਰਾਵਾਰ ਜਿਹੜਾ ਹੈ, ਇਹਦੇ ਵਾਸਤੇ ਖਾਸ ਤਰ੍ਹਾਂ ਦਾ ਤਿਆਗ, ਸੰਨਿਆਸ, ਔਰ ਜਿਹਨੂੰ ਕਹਿੰਦੇ ਆ ਨਾ ਦੁਨੀਆਦਾਰੀ ਛੱਡ ਕੇ। ਦੇਖ ਲਓ ਇਤਿਹਾਸ ਦੇ ਵਿੱਚ ਉਹੀ ਬੰਦੇ ਨੇ, ਬਾਕੀ ਸ਼ਾਰਟ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਮਹੱਤਵ ਹੋਣਗੇ, ਦੂਜਿਆਂ ਵਾਸਤੇ ਹੋਣਗੇ, ਪਰ ਸੱਚਿਆਰੇ ਬੰਦੇ ਵਾਸਤੇ ਇਹਨਾਂ ਦਾ ਕੋਈ ਮਤਲਬ। ਤੁਹਾਡੀ ਸਿਰਜਣ ਪ੍ਰਕਿਰਿਆ, ਕ੍ਰੀਏਟਿਵ ਪ੍ਰੋਸੈਸ ਉਹਦੇ ਚ ਤੁਸੀਂ ਕਿੱਦਾਂ ਲੰਘਦੇ ਆ? ਮੈਂ ਇਹ ਗੱਲ ਸਮਝਦਾ ਵਾਂ ਕਿ ਤੁਸੀਂ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ, ਆਪਾਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ, ਕਵਿਤਾ ਦੀਆਂ, ਫਿਲਾਸਫੀ ਦੀਆਂ, ਨਾਵਲ ਲਿਖੇ ਆ। ਤੇ ਜੇ ਕੱਲ ਨੂੰ ਨਾਵਲ ਦੀ ਗੱਲਬਾਤ ਕਰਨੀ ਹੋਵੇ, ਤੇ ਮੇਰਾ ਖਿਆਲ ਜਿਹੜਾ ਤੁਹਾਡਾ ਲਿਖਿਆ ਨਾਵਲ ਨਿਰਵਾਣ ਆ, ਉਹਦੇ ਤੋਂ ਬਿਨਾ ਪੰਜਾਬੀ ਨਾਵਲ ਦੇ ਵਿੱਚ ਗੱਲ ਨਹੀਂ ਹੋ ਸਕਦੀ, ਉਹਦਾ ਮੁਲਾਂਕਣ ਸਹੀ ਨਹੀਂ ਹੋ ਸਕਦਾ। ਜੇ ਕਵਿਤਾ ਦੀ ਗੱਲ ਕਰਨੀ ਹੋਵੇ ਤਾਂ ਅੱਜ ਤੋਂ 50 ਸਾਲ ਬਾਅਦ ਵੀ ਤੁਹਾਡੀ ਕਵਿਤਾ ਨੂੰ ਕੋਡ ਕੀਤਾ ਜਾਊਗਾ, ਗੱਲ ਕੀਤੀ ਜਾਊਗੀ। ਜੇ ਫਿਲਾਸਫੀ ਦੀਆਂ ਕਿਤਾਬਾਂ, ਚਿੰਤਨ ਦੀਆਂ ਕਿਤਾਬਾਂ ਜਿਹੜੀਆਂ ਤੁਸੀਂ ਲਿਖੀਆਂ, ਵੱਖ-ਵੱਖ ਵਿਦੇਸ਼ੀ ਜਿਹੜੇ ਚਿੰਤਨ ਆ, ਉਹਨਾਂ ਨੂੰ ਕੋਡ ਕਰਕੇ ਤੁਸੀਂ ਕਿਤਾਬਾਂ ਪਾਠਕ ਦੀ ਝੋਲੀ ਵਿੱਚ ਪਾਈਆਂ, ਉਹ ਬਹੁਤ ਵੱਡਮੁੱਲੀਆਂ ਕਿਤਾਬਾਂ ਵਾ। ਤੇ ਅਸੀਂ ਹੋਰ ਆਸ ਰੱਖਦੇ ਹਾਂ ਤੁਹਾਡੇ ਤੋਂ ਕਿ ਜਿੰਨੀ ਦੇਰ ਵੀ ਤੁਸੀਂ ਲਿਖਦੇ ਆ, ਤੁਹਾਡਾ ਜਿਹੜਾ ਸਫ਼ਰ ਕਦੇ ਖਤਮ ਨਾ ਹੋਵੇ। ਹੋਰ ਵਧੀਆ ਲਿਖੋ, ਹੋਰ ਪਾਠਕ ਤੁਹਾਡੇ ਨਾਲ ਜੁੜਨ ਦੇ ਤੁਹਾਨੂੰ ਉਡੀਕਦੇ ਆ। ਅਜੇ ਜਿਹੜੀ ਬਹੁਤ ਵਧੀਆ ਕਿਤਾਬ ਆ, ਉਹ ਤੁਸੀਂ ਅਜੇ ਲਿਖਣੀ ਹੈ। ਤੁਸੀਂ ਆਏ ਆ ਸਾਡੇ ਕੋਲ, ਬਹੁਤ ਬਹੁਤ ਧੰਨਵਾਦ ਤੁਹਾਡਾ। ਦੋਸਤੋ, ਇਹ ਸਨ ਡਾਕਟਰ ਮਨਮੋਹਨ, ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ। ਜਲਦੀ ਅਗਲੇ ਹਫਤੇ ਆਪਾਂ ਫਿਰ ਮਿਲਦੇ ਆ ਕਿਸੇ ਹੋਰ ਸਾਹਿਤਕਾਰ ਨਾਲ, ਨਵੀਂ ਮੁਲਾਕਾਤ 'ਚ, ਨਵੇਂ ਸਵਾਲਾਂ ਨਾਲ, ਨਵੇਂ ਜਵਾਬਾਂ ਨਾਲ। ਤੁਹਾਡਾ ਬਹੁਤ ਬਹੁਤ ਧੰਨਵਾਦ। ਇਨਾਂ ਦੇ ਰਾਹ ਅਵਲੜੇ ਨੇ, ਇਹ ਬੱਦਲ ਖਾਰੇ ਨੇ,
ਧਰਤੀ 'ਚ ਸ਼ਬਦ ਬੀਜਦੇ ਇਹ ਅੰਬਰਾਂ ਦੇ ਸਿਰਨਾਵੇਂ ਨੇ ਅੰਬਰਾਂ ਦੇ ਸਿਰਨਾਵੇਂ 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 ਅੰਬਰਾਂ ਦੇ